ਕਦੇ ਇਲਾਹੀ ਲਿਖੀ ਇਬਾਰਤ ਇਸ਼ਕੇ ਦਾ ਗੀਤ ਲਿਖੀ ਮੌਲਾ ਨੂੰ ਮੁੱਢ ਤੇ ਰੱਖੀ ਮੈਨੂੰ ਵੀ ਮੀਤ ਲਿਖੀ ਕਰਮਾਂ ਦੀ ਕਰ ਕਮਾਈ ਹਰਫਾਂ 'ਚ ਜਾਨ ਪਾਵੀਂ ਤੂੰ ਸੱਚ ਨਾਲ ਸ਼ਿੰਗਾਰੀ ਬਿਹਤਰ ਤੋਂ ਬਿਹਤਰ ਸਜਾਵੀਂ ਸਾਕੀ ਇਸ਼ਕ ਅਸਾਡਾ ਦਰਗਾਹ ਜਿਹਾ ਹੈ ਸੁੱਚਾ ਰਹਿੰਦੇ ਜਹਾਨ ਤੱਕ ਜੋ ਇੱਦਾਂ ਰਹੇਗਾ ਉੱਚਾ ਮੁਹੱਬਤ ਦਾ ਜ਼ਿਕਰ ਕਰਦਾ ਇਹਨੂੰ ਅਮਰ ਗੀਤ ਲਿਖੀ ਕਦੇ ਇਲਾਹੀ ਲਿਖੀ ਇਬਾਰਤ ਇਸ਼ਕੇ ਦਾ ਗੀਤ ਲਿਖੀ। ਦੋਸਤੋ ਲਿਖਣਾ ਆਪਣੇ ਆਪ ਦੇ ਵਿੱਚ ਨਿਆਮਤ ਹੈ। ਗੁਰਬਾਣੀ ਦਾ ਵੀ ਕਥਨ ਹੈ ਧੰਨ ਲਿਖਾਰੀ ਨਾਨਕਾ। ਲਿਖਾਰੀ ਨੂੰ ਵੀ ਇੱਕ ਉੱਚੀ ਪਦਵੀ ਗੁਰੂ ਸਾਹਿਬ ਨੇ ਪ੍ਰਦਾਨ ਕੀਤੀ ਹੈ ਔਰ ਜਦੋਂ ਲਿਖਣ ਦੀ ਗੱਲ ਆਉਂਦੀ ਹੈ ਤਾਂ ਲਿਖਣ ਦੇ ਨਾਲ ਵਿਜ਼ਨ ਦੀ ਗੱਲ ਆਏਗੀ, ਸੰਜੀਦਗੀ ਦੀ ਗੱਲ ਆਏਗੀ, ਯਕੀਨਨ ਹੋਰ ਵੀ ਬਹੁਤ ਕੁਝ ਇਸ ਕਤਾਰ ਦੇ ਵਿੱਚ ਐਡ ਹੋ ਜਾਂਦਾ ਹੈ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਤੁਹਾਡੇ ਨਾਲ ਕਰਵਾਉਣ ਜਾ ਰਹੇ ਹਾਂ ਪਰਮਜੀਤ ਦਿਓਲ ਹੋਰਾਂ ਦੀ, ਜੋ ਇੱਕ ਆਲਾ ਤਰੀਨ ਰਾਈਟਰ ਨੇ, ਥੀਏਟਰ ਆਰਟਿਸਟ ਨੇ, ਬਾਕਮਾਲ ਰੇਡੀਓ ਆਰਟਿਸਟ ਨੇ ਔਰ ਹੋਰ ਵੀ ਬਹੁਤ ਕੁਝ। ਇਹਨਾਂ ਦੀ ਸ਼ਖਸੀਅਤ ਬਾਰੇ ਕਾਫੀ ਕੁਝ ਗੱਲਾਂ ਬਾਤਾਂ ਕਰਾਂਗੇ, ਜ਼ਿੰਦਗੀ ਬਾਰੇ ਇਹਨਾਂ ਦੇ ਨਜ਼ਰੀਏ ਨੂੰ ਸਮਝਾਂਗੇ, ਜਾਣਾਂਗੇ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕਰੋਗੇ। ਦਾ ਅਨਮਿਊਟ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਆਓ ਦੇਰੀ ਨਾ ਕਰਦੇ ਤੁਹਾਡੀ ਮੁਲਾਕਾਤ ਪਰਮਜੀਤ ਦਿਓਲ ਦੇ ਨਾਲ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਨੀਤ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੀ। ਧੰਨਵਾਦ ਜੀ। ਤੁਸੀਂ ਹਾਲ ਹੀ ਕੈਨੇਡਾ ਤੋਂ ਆਏ ਹੋ ਔਰ ਕੈਨੇਡਾ 'ਚ ਤੁਸੀਂ ਕਾਫੀ ਰੇਡੀਓ TV ਦੇ ਨਾਲ ਐਸੋਸੀਏਟਿਡ ਰਹੇ, ਕਾਫੀ ਲੰਬੇ ਅਰਸੇ ਤੋਂ ਐਸੋਸੀਏਟਿਡ ਹੋ। ਇਸ ਤੋਂ ਇਲਾਵਾ ਤੁਸੀਂ ਬਹੁਤ ਬਾਕਮਾਲ ਰਾਈਟਰ ਵੀ ਹੋ, ਅੱਛੇ ਰਾਈਟਰਸ ਵਿੱਚ ਤੁਹਾਡਾ ਨਾਮ ਆਉਂਦਾ ਹੈ। ਤਾਂ ਜ਼ਿੰਦਗੀ ਬਾਰੇ ਕੀ ਸੋਚਦੇ ਹੋ? ਜ਼ਿੰਦਗੀ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਹੈ? ਜਿਵੇਂ ਗੁਰਨੀਤ ਮੈਂ ਕਹਿੰਦੀ ਹੁੰਦੀ ਹਾਂ ਵੀ ਜ਼ਿੰਦਗੀ ਇੱਕ ਦਰਿਆ ਆ ਅਤੇ ਸਾਨੂੰ ਦਰਿਆ ਵਾਂਗੂ ਲੈਣੀ ਚਾਹੀਦੀ ਆ ਜ਼ਿੰਦਗੀ, ਕਿਉਂਕਿ ਅਸੀਂ ਸਾਰੇ ਜਿਹੜੀ ਸਾਡੀ ਦੌੜ ਆ ਉਹ ਦਰਿਆ ਵੱਲ ਨੂੰ ਲੱਗੀ ਹੋਈ ਆ, ਸਮੁੰਦਰ ਵੱਲ ਨੂੰ ਲੱਗੀ ਹੋਈ ਆ। ਕਿਉਂਕਿ ਇੱਕ ਜੇ ਤਲਾਬ ਆ, ਤਲਾਬ ਦੇ ਵਿੱਚ ਪਾਣੀ ਖੜਾ ਆ, ਟੋਭਾ ਆ, ਟੋਭੇ ਨੂੰ ਵੀ ਨਹੀਂ ਆਪਾਂ ਲੈ ਸਕਦੇ ਕਿਉਂਕਿ ਟੋਭੇ ਦੇ ਵਿੱਚ ਵੀ ਪਾਣੀ ਸਾਫ਼ ਨਹੀਂ ਹੈਗਾ। ਜਿਹੜਾ ਤਲਾਬ ਦਾ ਪਾਣੀ ਉਹ ਸਾਫ਼ ਹੁੰਦਾ ਆ ਅਤੇ ਪਰ ਅਸੀਂ ਤਲਾਬ ਨੂੰ ਪਾਣੀ ਉਹ ਆਪਣੇ ਆਪ ਨਹੀਂ ਸਾਫ਼ ਕਰਦਾ, ਉਹਨੂੰ ਸਾਨੂੰ ਆਪ ਸਾਫ਼ ਕਰਨਾ ਪੈਂਦਾ ਹੈ ਤਲਾਬ ਨੂੰ। ਅਤੇ ਇਹ ਜ਼ਿੰਦਗੀ ਜਿਹੜੀ ਆ ਉਹ ਦਰਿਆ ਦੇ ਵਿੱਚ ਲਹਿਰਾਂ ਵੀ ਆਉਂਦੀਆਂ ਆ, ਹੈ ਨਾ, ਅਤੇ ਬਹੁਤ ਕੁਛ ਉਹਦੇ ਵਿੱਚ ਗੁਜ਼ਰਦਾ ਆ। ਅਤੇ ਇਵੇਂ ਜਿਹੜੀ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਜ਼ਿੰਦਗੀ ਦੇ ਟੇਢੇ ਮੇਢੇ ਪਲ ਇਵੇਂ ਆਉਂਦੇ ਰਹਿੰਦੇ ਆ, ਉਹਨਾਂ ਨੂੰ ਸਾਨੂੰ ਹੱਸ ਕੇ ਗੁਜ਼ਾਰਨਾ ਚਾਹੀਦਾ ਆ। ਅਤੇ ਜ਼ਿੰਦਗੀ ਬਹੁਤ ਖੂਬਸੂਰਤ ਆ ਅਤੇ ਇਹਨੂੰ ਆਨੰਦ ਲੈਣਾ ਚਾਹੀਦਾ ਕਿਉਂਕਿ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਵੀ ਜੇ ਦੁੱਖ ਸੁੱਖ ਆ ਉਹ ਜ਼ਿੰਦਗੀ ਦਾ ਹਿੱਸਾ ਹੁੰਦੇ ਆ, ਹੈ ਨਾ। ਅਤੇ ਇਵੇਂ ਅਸੀਂ ਕੈਨੇਡਾ ਵਿੱਚ ਰਹਿ ਕੇ ਅਤੇ ਸਾਨੂੰ ਲੱਗਦੀ ਆ ਵੀ ਜ਼ਿੰਦਗੀ ਜਿਹੜੀ ਬਹੁਤ ਹਸੀਨ ਆ ਅਤੇ ਇਹਨੂੰ ਸਾਨੂੰ ਇਵੇਂ ਨਹੀਂ ਪਿੱਛੇ ਨੂੰ ਨਹੀਂ ਖਿੱਚਣਾ ਚਾਹੀਦਾ, ਸਗੋਂ ਅੱਗੇ ਨੂੰ ਲਿਜਾਣਾ ਚਾਹੀਦਾ ਹੈ। ਤੁਸੀਂ ਜਿਸ ਤਰ੍ਹਾਂ ਐਜ਼ ਐਨ ਆਰਟਿਸਟ ਵੀ ਕੰਮ ਕਰਦੇ ਹੋ, ਆਰਟਿਸਟ ਦੀ ਸੋਚ ਜਿਹੜੀ ਹੈ ਉਹ ਬਹੁਤ ਬਰੀਕ ਹੁੰਦੇ ਨੇ, ਬਹੁਤ ਸੂਖਮ ਦ੍ਰਿਸ਼ਟੀ ਉਹਨਾਂ ਦੀ ਹੁੰਦੀ ਹੈ। ਮੈਂ ਇੱਕ ਜਿਹੜਾ ਅਗਲਾ ਕੁਐਸਚਨ ਹੈ ਉਹ ਥੋੜ੍ਹਾ ਜਿਹਾ ਤਲਖ ਹਕੀਕਤ ਮੈਂ ਚਾਹਾਂਗੀ ਤੁਸੀਂ ਬਿਆਨ ਕਰੋ, ਕਿਉਂਕਿ ਇੱਧਰ ਦੀਆਂ ਜਿਹੜੀਆਂ ਲੜਕੀਆਂ ਵੀ ਨੇ, ਲੜਕੇ ਨੇ, ਸਾਡੇ ਬੱਚੇ ਨੇ, ਉਹ ਸਾਰਾ ਕੁਝ ਛੱਡ ਛਡਾ ਕੇ ਬਾਹਰ ਭੱਜ ਰਹੇ। ਉਹਨੂੰ ਲੱਗਦਾ ਕਿ ਅਸੀਂ ਉੱਥੇ ਜ਼ਿਆਦਾ ਜਿਹੜਾ ਜ਼ਿੰਦਗੀ ਆ ਉਹਨੂੰ ਵਧੀਆ ਤਰੀਕੇ ਨਾਲ ਬਸਰ ਕਰ ਸਕਦੇ ਹਾਂ। ਮੈਂ ਖਾਸ ਕਰ ਉਹਨਾਂ ਲੜਕੀਆਂ ਦੀ ਕੈਫੀਅਤ ਜਾਣਨਾ ਚਾਹਾਂਗੀ ਤੁਹਾਡੇ ਤੋਂ ਜਿਨ੍ਹਾਂ ਨੂੰ ਤੁਸੀਂ ਅਕਸਰ ਦੇਖਦੇ ਹੋ, ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿੰਨੀ ਜ਼ਿਆਦਾ ਸਟਰਗਲ ਲੜਕੀਆਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਪੈਰੈਂਟਸ ਨੇ ਉਹ ਲੜਕੀਆਂ ਨੂੰ ਬਾਹਰ ਤਾਂ ਭੇਜਣਾ ਚਾਹੁੰਦੇ ਆ ਪਰ ਉਹ ਇਹ ਵੀ ਸੋਚਦੇ ਆ ਕਿ ਅਸੀਂ ਵਿਆਹ ਕਰਕੇ ਭੇਜੀਏ, ਐਟਲੀਸਟ ਉਹਨਾਂ ਦਾ ਪਾਰਟਨਰ ਜਿਹੜਾ ਹੈ ਉਹ ਉਹਨਾਂ ਦੀ ਉੱਥੇ ਦੇਖਭਾਲ ਕਰ ਲਏਗਾ, ਦੁੱਖ ਸੁੱਖ ਦੇ ਵਾਲੀ ਹੋਣਗੇ। ਅਪਾਰਟ ਆਫ ਇਟ ਕਿ ਤੁਸੀਂ ਬਿਲਕੁਲ ਨਵੇਂ ਮਾਹੌਲ 'ਚ ਇੱਕ ਲੜਕੀ ਨੂੰ ਭੇਜ ਰਹੇ ਹੋ। ਸੋ ਕੁੱਲ ਮਿਲਾ ਕੇ ਤੁਸੀਂ ਕੀ ਦੇਖਿਆ ਵਾਚਿਆ, ਮੈਂ ਹਕੀਕਤ ਜਾਣਨਾ ਚਾਹਾਂਗੀ। ਜਿਵੇਂ ਗੁਰਨੀਤ ਹੁਣ ਔਰਤਾਂ ਉਹ ਤਾਂ ਨਹੀਂ ਰਹਿ ਗਈਆਂ, ਔਰਤ ਜਿਹੜੀ ਆ ਬੜੀ ਤੇਜ਼ੀ ਨਾਲ ਉਹਨੇ ਤਰੱਕੀ ਕੀਤੀ ਹੈ ਜੀ, ਹੈ ਨਾ, ਅਤੇ ਸਟਰਗਲ ਤਾਂ ਔਰਤ ਨੂੰ ਕਰਨੀ ਪੈਂਦੀ ਆ ਪਰ ਉਹਨੂੰ ਜਿਵੇਂ ਤੁਸੀਂ ਦੇਖਿਆ ਵੀ ਬਹੁਤ ਸਾਰੀਆਂ ਤਲਖ ਜਿਹੜੀਆਂ ਹਕੀਕਤਾਂ ਦੇ ਵਿੱਚ ਦੀ ਲੰਘਣਾ ਪੈਂਦਾ ਆ। ਭਾਵੇਂ ਉੱਥੇ ਹੁਣ ਇੱਥੋਂ ਬੱਚੀ ਸਟੂਡੈਂਟ ਪੜ੍ਹਨ ਜਾਂਦੀ ਆ, ਉਹਨੇ ਨਾਲ ਬੱਚੇ ਵੀ ਆਪਾਂ ਗੱਲ ਕਰ ਲੈਂਦੇ ਹਾਂ, ਭਾਵੇਂ ਮੇਲ ਫੀਮੇਲ ਦੀ ਵੀ ਗੱਲ ਕਰ ਲੈਂਦੇ ਹਾਂ, ਸਾਰਿਆਂ ਨੂੰ ਸਟਰਗਲ ਕਰਨੀ ਪੈਂਦੀ ਆ ਕਿਉਂਕਿ ਉਹਨਾਂ ਨੇ ਹੌਲੀ ਹੌਲੀ ਪੌਡਾ ਜਿਹੜਾ ਦਰ ਟੂ ਦਰ ਜਿਹੜਾ ਉਹ ਚੜ੍ਹਨਾ ਹੁੰਦਾ ਆ। ਅਤੇ ਉੱਥੇ ਭਾਵੇਂ ਤਾਂ ਮੀਡੀਆ ਦੇ ਵਿੱਚ ਔਰਤ ਆ, ਭਾਵੇਂ ਉਹ ਕਿਸੇ ਵੀ ਸਮਾਜ ਦੇ ਕਿਸੇ ਹਿੱਸੇ ਵਿੱਚ ਵੀ ਕੰਮ ਕਰਦੀ ਆ, ਸਟਰਗਲ ਤਾਂ ਹੈ ਹੀ ਆ। ਅਤੇ ਸਟਰਗਲ ਤਾਂ ਨਾ ਹੀ ਜ਼ਿੰਦਗੀ ਆ। ਨਹੀਂ, ਮੇਰਾ ਜਿਹੜਾ ਸਵਾਲ ਸੀ ਉਹ ਦਰਅਸਲ ਇਹ ਸੀ ਕਿ ਜੋ ਲੜਕੀਆਂ ਸੋਚਦੀਆਂ ਨੇ ਕਿ ਜੇਕਰ ਅਸੀਂ ਵਿਆਹ ਦੇ ਬੰਧਨ 'ਚ ਬੰਧ ਕੇ ਜਾਵਾਂਗੀਆਂ ਤਾਂ ਸਾਡੇ ਪੈਰ 'ਤੇ ਬੇੜੀਆਂ ਪੈ ਜਾਣਗੀਆਂ, ਪਰ ਹਕੀਕਤ ਕੁਛ ਹੋਰ ਹੁੰਦੀ ਹੈ ਕਿਉਂਕਿ ਆਜ਼ਾਦੀ ਦੇ ਮਾਇਨੇ ਉਹਨਾਂ ਨੂੰ ਬੱਚੀਆਂ ਨੂੰ ਸਮਝ ਨਹੀਂ ਹੁੰਦੇ ਔਰ ਫਿਰ ਜਦੋਂ ਉਹ ਇੱਕ ਮਾਹੌਲ ਵਿੱਚ ਰਹਿ ਕੇ ਪੱਕ ਜਾਂਦੀਆਂ, ਉਮਰ ਦੇ ਉਸ ਪੜਾਅ ਨੂੰ ਵੀ ਗੁਜ਼ਾਰ ਦਿੰਦੀਆਂ, ਫਿਰ ਇੱਕ ਫੈਮਿਲੀ ਦੇ ਸਿਨੈਰੀਓ ਵਿੱਚ, ਕਿਉਂਕਿ ਅਲਟੀਮੇਟ ਤਾਂ ਸਾਡੀ ਮੰਜ਼ਿਲ ਉਹੀ ਹੈ, ਫਿਰ ਉਹ ਨਾ ਤਾਂ ਪਾਰਟਨਰਸ਼ਿਪ ਦੇ ਵਿੱਚ ਉੱਦਾਂ ਬਣ ਸਕਦੀਆਂ ਅਤੇ ਨਾ ਹੀ ਫੈਮਿਲੀ ਦੇ ਵਿੱਚ ਰਹਿ ਸਕਦੀਆਂ। ਕੀ ਕਹੋਗੇ?
ਉਹ ਜਿਵੇਂ ਆਪਾਂ ਇੱਥੋਂ ਜਾਂਦੇ ਆ, ਭਾਵੇਂ ਕਹਿੰਦੇ ਹੁੰਦੇ ਆ ਅਸੀਂ ਕਿਸੇ ਵੀ ਦੁਨੀਆ ਦੇ ਹਿੱਸੇ ਚਲ ਜਾਓ, ਅਸੀਂ ਸਾਰਾ ਕੁਝ ਜਿਹੜਾ ਨਾਲ ਹੀ ਲੈ ਕੇ ਜਾਂਦੇ ਆ। ਉਹਨਾਂ ਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਆਪਣੇ ਪੈਰਾਂ ਤੇ ਆਪ ਖੜੀਆਂ ਹੋਵਾਂਗੇ ਤੇ ਅਸੀਂ ਖੁੱਲੀ ਉਡਾਰੀ ਭਰ ਸਕਦੀਆਂ ਆ, ਤੇ ਜੇ ਅਸੀਂ ਫੈਮਿਲੀ ਦੇ ਵਿੱਚ ਜਾਵਾਂਗੇ ਤੇ ਸਾਨੂੰ ਉੱਥੇ ਇੱਕ ਥੋੜਾ ਜਿਹਾ ਰਹਿਣਾ ਪੈਣਾ ਆ ਵੀ ਆਹ ਨਹੀਂ ਤੂੰ ਕਰ ਸਕਦੀ, ਆਹ ਨਹੀਂ ਕਰ ਸਕਦੀ। ਤੇ ਹੁਣ ਜਿਹੜੀ ਔਰਤ ਆ, ਮੈਂ ਕਹਿੰਦੀ ਆ ਉਹਨੂੰ ਪਤਾ ਆ ਸਾਰਾ ਕੁਝ, ਆਪਣਾ ਬੁਰਾ ਭਲਾ ਜਿਹੜਾ ਉਹ ਖੁਦ ਉਹ ਜਿਹੜਾ ਦੇਖ ਸਕਦੀ ਆ, ਤੇ ਉਹਨੂੰ ਕਰਨਾ ਵੀ ਚਾਹੀਦਾ। ਮੈਂ ਉਹਨਾਂ ਦੇ ਨਾਲ ਬਿਲਕੁਲ ਮੀਡੀਆ ਦੇ ਹਵਾਲੇ ਦੇ ਨਾਲ ਗੱਲ ਕਰੀਏ, ਉੱਥੇ ਵੀ ਤੁਸੀਂ ਮੀਡੀਆ 'ਚ ਕੰਮ ਕੀਤਾ, ਔਰ ਇੱਧਰ ਔਰ ਉਧਰਲੇ ਮੀਡੀਆ 'ਚ ਅੰਤਰ ਕੀ ਹੈ? ਮੀਡੀਆ 'ਚ ਮੈਨੂੰ ਕਾਫੀ ਕੁਛ ਗੁਰਨੀਤ ਫਰਕ ਲੱਗਦਾ ਹੁੰਦਾ ਆ। ਜਿਵੇਂ ਅਸੀਂ ਵੀ ਉੱਧਰ ਕੰਮ ਕਰਦੇ ਆ, ਮੈਨੂੰ ਲੱਗਿਆ ਹੁੰਦਾ ਵੀ ਇੱਧਰ ਜਿਹੜੀ ਹੁਣ ਤੁਸੀਂ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਆ ਤੇ ਬੜੀ ਥੋੜ੍ਹਾ ਜਿਹਾ ਮੈਨੂੰ ਕਹਿਣ 'ਚ ਹਰਜ ਵੀ ਹੈ ਨਹੀਂਗਾ, ਖਿੱਚਾ ਧੂਈ ਜਿਹਾ ਇੱਕ, ਜਦੋਂ ਤੁਸੀਂ ਮੈਨੂੰ ਉੱਥੇ ਬੜਾ ਦੁੱਖ ਹੁੰਦਾ ਹੈ ਜਦੋਂ ਕਿਸੇ ਚੈਨਲ ਦੇ ਉੱਤੇ ਵਿੱਚ ਖਬਰ ਦੇ ਵਿੱਚ ਨਿਊਜ਼ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਤੇ ਉਹਦੇ ਉੱਤੇ ਹੈਡਿੰਗ ਜਿਹੜਾ ਆ ਉਹ ਬੜਾ ਭੜਮਾ ਜਿਹਾ ਟਫ ਜਿਹਾ ਲਾ ਦਿੰਦਾ ਆ, ਤੇ ਉਹ ਨਹੀਂ ਹੋਣਾ ਚਾਹੀਦਾ। ਕਿਉਂਕਿ ਖਬਰ ਜਿਹਨੇ ਦੇਖਣੀ ਆ ਉਹਨੇ ਉਵੇਂ ਦੀ ਵੀ ਦੇਖ ਹੀ ਲੈਣੀ ਆ। ਜਿਹੜਾ ਸੰਜੀਦਾ ਲੋਕ ਆ, ਭਾਵੇਂ ਉਹ ਗਾਇਕੀ ਆ, ਭਾਵੇਂ ਉਹ ਪੜ੍ਹਨ ਵਾਲੇ ਲੋਕ ਆ, ਉਹਨਾਂ ਨੇ ਪੜ੍ਹਨਾ ਹੀ ਆ, ਗੱਲ ਤੁਹਾਡੀ ਅੱਗੇ ਤੁਰਨੀ ਆ। ਜੇ ਚੰਗਾ ਤੁਸੀਂ ਪਰੋਸੋਗੇ ਤਾਂ ਤੁਹਾਡੀ ਸੋਭਾ ਹੀ ਆ, ਤੇ ਸਾਡੀ ਬਾਹਰ ਵੀ ਗੱਲ 'ਚ ਆਊਗੀ। ਤੇ ਪਰ ਮਾੜਾ ਤਾਂ ਹੈ ਹੀ ਆ, ਫਿਰ ਲੋਕ ਸਾਰੇ ਤਰ੍ਹਾਂ ਦੇ ਹੈਗੇ ਆ ਸੁਣਨ ਵਾਲੇ, ਹਨਾ। ਪਰ ਆਪਾਂ, ਮੈਨੂੰ ਲੱਗਦਾ ਹੁੰਦਾ ਵੀ ਮੇਰਾ ਤਾਂ ਉਹੀ ਕਹਿਣਾ ਹੈ ਵੀ ਜੋ ਚੰਗਾ ਆਪਾਂ ਪਰੋਸੀਏ ਤੇ ਲੋਕਾਂ ਨੂੰ ਵੀ ਚੰਗਾ ਲੱਗੇਗਾ, ਤੇ ਉਹਦੇ ਵਿੱਚ ਸਾਡੀ ਸਾਰਿਆਂ ਦੀ ਭਲਾਈ ਆ। ਜੀ ਬਿਲਕੁਲ। ਤੁਸੀਂ ਕਹਾਣੀਆਂ ਵੀ ਲਿਖਦੇ ਹੋ? ਕਹਾਣੀ ਵੀ ਲਿਖਦੀ ਹਾਂ ਗੁਰਨੀਤ। ਕਹਾਣੀ ਨਾਲ ਸੰਬੰਧਿਤ ਕੋਈ ਕਿੱਸਾ? ਕਹਾਣੀ ਨਾਲ ਗੁਰਨੀਤ, ਜਿਵੇਂ ਮੇਰੀ ਸਮਾਜ ਦੇ ਮੁੱਦਿਆਂ ਦੇ ਉੱਤੇ ਕਹਾਣੀ ਹੁੰਦੀ ਆ। ਇੱਕ ਕਹਾਣੀ ਮੇਰੀ ਇੱਥੇ ਤੁਹਾਡੇ ਟ੍ਰਿਬਿਊਨ ਦੇ ਵਿੱਚ ਹੀ ਲੱਗੀ ਸੀਗੀ, ਅਪਰੂਟਡ ਕਹਾਣੀ ਸੀਗੀ। ਉਹ ਜਿਵੇਂ ਸਾਡਾ ਇੱਧਰੋਂ ਇੱਕ ਪਰਿਵਾਰ ਜਿਹੜਾ ਬਜ਼ੁਰਗ ਜੋੜਾ ਜਾਂਦਾ ਆ, ਤੇ ਉੱਧਰ ਜਾ ਕੇ ਕੈਨੇਡਾ ਦੇ ਵਿੱਚ ਉਹ ਜਿਹੜਾ ਉਹ ਸਿਨੈਰੀਓ ਦੇ ਵਿੱਚ ਫਿੱਟ ਨਹੀਂ ਹੁੰਦਾ ਹੈਗਾ, ਤੇ ਉਹ ਉਵੇਂ ਕਹਾਣੀ ਸੀ। ਤੇ ਜਿਵੇਂ ਉਹ ਬਜ਼ੁਰਗ ਨੂੰ ਲੈ ਜਾਂਦੇ ਆ, ਉਹਨਾਂ ਦੇ ਜਿਹੜੇ ਘਰ ਦੇ ਆ ਉਹ ਨਿਆਗਰਾ ਫਾਲ, ਉੱਥੇ ਸਾਰੇ ਪਹਿਲਾਂ ਸਾਡਾ ਇਹ ਹੁੰਦਾ ਵੀ ਸਾਰਿਆਂ ਨੂੰ ਨਿਆਗਰਾ ਫਾਲ ਦਿਖਾਉਣਾ ਬਜ਼ੁਰਗਾਂ ਨੂੰ, ਹਨਾ। ਉਹ ਲੈ ਜਾਂਦੇ ਆ, ਤੇ ਜਦੋਂ ਉਹ ਨਿਆਗਰਾ ਫਾਲ ਉਹਨਾਂ ਨੂੰ ਦਿਖਾ ਲੈਂਦੇ ਆ, ਤੇ ਰਸਤੇ ਦੇ ਵਿੱਚ ਬੱਚੇ ਪੁੱਛਦੇ ਆ ਵੀ ਦਾਦਾ ਜੀ, ਵੀ ਡੈਡੀ ਜੀ ਤੁਹਾਨੂੰ ਨਿਆਗਰਾ ਫਾਲ ਕਿਵੇਂ ਲੱਗਿਆ? ਉਹ ਕਹਿੰਦਾ, ਬਜ਼ੁਰਗ ਕਹਿੰਦਾ ਵੀ ਬੱਚਿਓ ਤੁਹਾਡਾ ਵੀ, ਉਹਨਾਂ ਨੂੰ ਬੱਚਿਆਂ ਨੂੰ ਕਹਿੰਦਾ ਵੀ ਤੁਹਾਡੇ ਡੈਡੀ ਦਾ ਦਿਮਾਗ ਜਿਹੜਾ ਉਹ ਖਰਾਬ ਹੋਇਆ ਆ, ਸਵੇਰ ਦਾ ਨਾਲੇ ਛੁੱਟੀ ਕੀਤੀ ਆ, ਭੱਜਾ ਆਇਆ ਆ, ਤੇ ਨਾਲੇ ਤੇਲ ਫੂਕਿਆ, ਨਾਲੇ ਦਿਹਾੜੀ ਮਾਰੀ, ਤੇ ਪਾਣੀ ਉੱਪਰੋਂ ਜਿਹੜਾ ਥੱਲੇ ਨੂੰ ਡਿੱਗਣਾ ਸੀਗਾ, ਹਨਾ। ਤੇ ਉਹ ਇਹਦੇ ਵਿੱਚ ਨਵਾਂ ਕੀ ਸੀਗਾ, ਹਨਾ। ਤੇ ਉਹ ਇਵੇਂ ਹੀ ਆ ਵੀ ਜ਼ਿੰਦਗੀ ਨੂੰ ਅਸੀਂ ਕਿੱਦਾਂ ਦੇਖਦੇ ਆ। ਉਹ ਪਾਣੀ ਡਿੱਗਦਾ ਹੁਣ ਤੁਸੀਂ ਵੀ ਦੇਖਦੇ ਆ, ਮੈਂ ਵੀ ਦੇਖਿਆ, ਬਜ਼ੁਰਗਾਂ ਨੇ ਵੀ ਦੇਖਿਆ, ਹਨਾ। ਪਾਣੀ ਨੂੰ ਕਿਵੇਂ ਦੇਖਣਾ ਆ, ਨਜ਼ਰੀਆ ਸਭ ਦਾ ਵੱਖੋ ਵੱਖਰਾ। ਜੀ ਬਿਲਕੁਲ। ਇਸ ਤੋਂ ਇਲਾਵਾ ਕਵੀ ਹੋਣ ਦੇ ਨਾਤੇ ਹੁਣ ਪ੍ਰੋਗਰਾਮ ਦੀ ਸ਼ਾਨ ਕਵਿਤਾ ਵੀ ਰਹੇਗੀ, ਸੋ ਕਵਿਤਾ ਸਾਂਝਾ ਕਰੋ। ਕਵਿਤਾ ਸੁਣਾ ਲੈਂਦੇ ਆ। ਉੱਦਾਂ ਗੁਰਨੀਤ ਮੈਂ ਤੁਹਾਨੂੰ ਸੱਚੀ ਦੱਸ ਦਵਾਂ, ਮੈਨੂੰ ਮੂੰਹ ਜ਼ਬਾਨੀ ਜਿਹੜਾ ਉਹ ਕੁਛ ਵੀ ਯਾਦ ਨਹੀਂ ਹੁੰਦਾ, ਤੇ ਮੈਂ ਦੇਖ ਕੇ ਕਵਿਤਾ ਜਿਹੜੀ ਤੁਹਾਨੂੰ ਉਹ ਸੁਣਾ ਸਕਦੀ ਹਾਂ। ਤੇ ਇੱਕ ਕਵਿਤਾ ਜਿਹੜੀ ਮੈਂ ਉਹਦਾ ਔਰਤ ਆ, ਤੇ ਔਰਤ ਦੀ ਗੱਲ ਜਿਹੜੀ ਆ ਕਹਿੰਦੇ ਹੁੰਦੇ ਇੱਕ ਔਰਤ ਚੰਗੀ ਤਰ੍ਹਾਂ ਕਰ ਸਕਦੀ ਹੈ। ਤੇ ਸਵੇ ਸੰਵਾਦ ਮੈਂ ਆਪਣੇ ਆਪ ਨਾਲ ਵੀ ਕਈ ਵਾਰੀ ਗੱਲ ਕਰ ਲੈਂਦੀ ਆ। ਕਹਿੰਦੇ ਹੁੰਦੇ ਆ ਜਿਹੜੇ ਕੋਈ ਵੀ ਤੁਸੀਂ ਲੇਖਕ ਹੁੰਦਾ ਆ, ਉਹ ਪਹਿਲਾਂ ਸਵੇ ਦੇ ਵਿੱਚੋਂ ਹੀ ਲੰਘਦਾ ਆ, ਕਿਸੇ ਵੀ ਕਲਾ ਦੇ ਨਾਲ ਜੁੜਿਆ ਸੰਵੇਦਨਸ਼ੀਲ ਹੁੰਦਾ ਹੈ ਨਾ ਕਵੀ। ਤੇ ਸਵੇ ਸੰਵਾਦ ਮੈਂ ਇੱਕ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਜੇ ਮੈਂ ਪਹਾੜੀ ਦੀ ਹਿੱਕ ਉੱਤੇ ਉੱਗੀ ਕੰਡਿਆਲੀ ਝਾੜੀ ਨੂੰ ਛੂ, ਆਪਣੇ ਪੋਟਿਆਂ ਵਿੱਚੋਂ ਸਿਮ ਰਹੇ ਖੂਨ ਨੂੰ ਕੋਸੀ ਜੀਭ ਤੇ ਧਰਦੀ ਹਾਂ, ਤਾਂ ਮੈਂ ਤੇਰੀ ਗੱਲ ਕਰਦੀ ਹਾਂ। ਵਾਹ। ਜੇ ਮੈਂ ਪਹਾੜੀ ਦੀ ਹਿੱਕ ਉੱਤੇ ਉੱਗੀ ਕੰਡਿਆਲੀ ਝਾੜੀ ਨੂੰ ਛੂ, ਆਪਣੇ ਪੋਟਿਆਂ ਵਿੱਚੋਂ ਸਿਮ ਰਹੇ ਖੂਨ ਨੂੰ ਕੋਸੀ ਜੀਭ ਤੇ ਧਰਦੀ ਹਾਂ, ਤਾਂ ਮੈਂ ਤੇਰੀ ਗੱਲ ਕਰਦੀ ਹਾਂ। ਅਸਮਾਨ ਵਿੱਚ ਗੱਜ ਰਹੀ ਲਿਸ਼ਕਦੀ ਤਾਰ ਵਿੱਚੋਂ ਸਤਰੰਗੀ ਭਾ ਨੂੰ ਦੇਖ ਕੇ ਅੱਖਾਂ ਚੰਦਿਆਉਂਦੀ ਨਹੀਂ, ਸਗੋਂ ਤਲਵਾਰ ਵਰਗੀ ਤਿੱਖੀ ਧਾਰ ਨੂੰ ਆਪ ਮੁਹਾਰੇ ਜਾ ਫੜਦੀ ਹਾਂ, ਤਾਂ ਮੈਂ ਤੇਰੀ ਗੱਲ ਕਰਦੀ ਹਾਂ। ਨਦੀਆਂ ਨੂੰ ਚੀਰ ਸਾਗਰ 'ਚ ਗੋਤੇ ਲਾਉਣਾ ਕਰਮ ਹੈ ਮੇਰਾ, ਉੱਨ ਦੇ ਗੋਲੇ ਵਾਂਗ ਉਲਝਾਈ ਰੱਖਣਾ ਭਰਮ ਹੈ ਤੇਰਾ। ਅੰਗੂਰ ਖੱਟੇ ਹਨ ਕਹਿਣ ਵਾਲੀ ਲੂੰਬੜੀ ਕਦੋਂ ਦੀ ਮਰ ਚੁੱਕੀ ਹੈ, ਹੁਣ ਉਹ ਚੰਨ ਤੇ ਪਹੁੰਚ ਤਾਰੇ ਤੋੜ ਕੇ ਤੇਰੀ ਝੋਲੀ ਧਰਦੀ ਹੈ, ਤਾਂ ਉਹ ਤੇਰੀ ਗੱਲ ਕਰਦੀ ਹੈ। ਮਹਿਲਾਂ ਦੀਆਂ ਤਖਤੀਆਂ ਖੰਡਰਾਂ 'ਚ ਵਿਲਕਦੀਆਂ ਕੰਧਾਂ, ਸਾਗਰਾਂ ਵਿੱਚ ਠੱਲੀਆਂ ਕਿਸ਼ਤੀਆਂ ਨੂੰ ਆਪਣੀਆਂ ਅਡਾਰੂ ਸੋਚਾਂ ਨਾਲ ਧੱਕਾ ਲਾ ਠੇਲਦੀ ਹਾਂ, ਤਾਂ ਮੈਂ ਆਪਣੀ ਗੱਲ ਕਰਦੀ ਹਾਂ। ਜੇ ਮੈਂ ਤਲਵਾਰ ਦੀ ਨੋਕ ਫੜਦੀ ਹਾਂ, ਤਾਂ ਮੈਂ ਤੇਰੀ ਗੱਲ ਕਰਦੀ ਹਾਂ। ਜੇ ਸਾਗਰ ਵਿੱਚ ਬੇੜੀ ਠੇਲਦੀ ਹਾਂ,
ਤਾਂ ਮੈਂ ਆਪਣੀ ਗੱਲ ਕਰਦੀ ਹਾਂ, ਹਾਂ ਮੈਂ ਆਪਣੀ ਹੀ ਗੱਲ ਕਰਦੀ ਹਾਂ, ਹਾਂ ਮੈਂ ਤੇਰੀ ਹੀ ਗੱਲ ਕਰਦੀ ਹਾਂ। ਵਾਹ, ਇਹ ਆਪਣੇ ਵਾਸਤੇ ਮਾੜਾ ਤੇ ਉਹਨਾਂ ਵਾਸਤੇ ਚੰਗਾ ਚੰਗਾ ਲਿਖਿਆ। ਦੇਖ ਲਓ, ਜਿੱਦਾਂ ਸਮਝ ਲਓ ਤੁਸੀਂ। ਕਹਿੰਦੇ ਨੇ ਕਿ ਸੱਜਣਾ ਤੇਰੇ ਖਤ ਦਾ ਜਵਾਬ ਲਿਖ ਦਿੱਤਾ, ਮੈਂ ਬੇਅਦਬ ਹਾਂ ਪਰ ਤੈਨੂੰ ਜਨਾਬ ਲਿਖ ਦਿੱਤਾ। ਤੁਸੀਂ ਉਹ ਗੱਲ ਕੀਤੀ। ਸੋ ਔਰਤ ਜਦੋਂ ਔਰਤ ਦੇ ਰਿਗਾਰਡਿੰਗ ਗੱਲ ਕਰਦੀ ਹੈ ਤਾਂ ਯਕੀਨਨ ਉਸਦੇ ਆਪਣੇ ਭਾਵ, ਉਸਦੇ ਜਜ਼ਬਾਤ ਜਿਹੜੇ ਨੇ ਉਹ ਨਾਲ ਇਨਕਲੂਡ ਹੁੰਦੇ ਨੇ, ਇਨਵੋਲਵ ਹੁੰਦੇ ਨੇ। ਕਹਿੰਦੇ ਲੰਬੀ ਕਹਾਣੀ ਹਾਂ ਪਰ ਮੈਂ ਮੁੱਕੀ ਨਹੀਂ ਹਾਂ, ਹਾਂ ਪਰ ਮੈਂ ਤੇਰੇ ਪੈਰ ਦੀ ਜੁੱਤੀ ਨਹੀਂ ਹਾਂ। ਔਰਤ 'ਤੇ ਜੋ ਜ਼ਬਰ ਜ਼ੁਲਮ ਹੁੰਦੇ ਨੇ ਜਾਂ ਉਸ ਤੋਂ ਇਲਾਵਾ ਮੈਂ ਕਹਾਂ ਕਿ ਅੱਜ ਦੀ ਔਰਤ ਕੀ ਵਾਕਈ ਉਸ ਕਿਸਮ ਦੇ ਜ਼ਬਰ ਜ਼ੁਲਮ ਜਿਹੜੇ ਆ ਉਹ ਹੰਢਾ ਰਹੀ ਹੈ ਜਾਂ ਹਾਲਾਤਾਂ ਦੇ ਵਿੱਚ ਕੁਝ ਫਰਕ ਆ ਗਿਆ ਹੈ? ਹਾਲਾਤ ਆਪਣੇ ਆਪ ਹੀ ਕਹਿੰਦੇ ਹੁੰਦੇ ਆ, ਰਾਹ ਬਣਦੇ ਨਹੀਂ, ਰਾਹ ਤਾਂ ਬਣਾਉਣੇ ਪੈਂਦੇ ਆ। ਜਿਵੇਂ ਗੁਰਨੀਤ, ਹਾਲਾਤ ਵੀ ਪਿੰਡਾਂ ਦੇ ਵਿੱਚ ਹਜੇ ਵੀ ਜਿਹੜੇ ਆ ਉਹ ਪੂਰੀ ਤਰ੍ਹਾਂ ਜਿਵੇਂ ਕਹਾਂ ਨਹੀਂ ਹਜੇ ਬਦਲੇ ਨਹੀਂ ਹੈਗੇ। ਕੀ ਦੱਸਾਂ ਦੋਸਤੋ, ਮੇਰੇ ਵਿੱਚ ਕੁਝ ਬਣਨੇ ਦੀ ਚਾਹ ਹੈ, ਕੁਝ ਕਰਨੇ ਦੀ ਚਾਹ ਹੈ, ਲੇਕਿਨ ਮੇਰੀ ਚਾਹਤ ਉਸੇ ਤਰ੍ਹਾਂ ਖਤਮ ਹੋ ਜਾਂਦੀ ਜਿਵੇਂ ਪਾਣੀ 'ਚ ਬੁਲਬੁਲਾ ਉੱਠਦਾ ਤੇ ਬਹਿ ਜਾਂਦਾ ਹੈ। ਇਵੇਂ ਔਰਤ ਫਿਰ ਹੌਲੀ ਹੌਲੀ ਜਦੋਂ ਸਮਾਜ ਦੇ ਵਿੱਚ ਵਿਚਰਦੀ ਹੈ, ਹੌਲੀ ਹੌਲੀ ਉਹ ਪਹਿਲਾਂ ਅਨਮੈਰਿਡ ਹੁੰਦੀ ਆ, ਉਹਦੀਆਂ ਖਾਸ਼ਾਂ ਜਦੋਂ ਦੱਬੀਆਂ ਹੁੰਦੀਆਂ ਉਹ ਇਵੇਂ ਗੱਲ ਕਰਦੀ ਆ। ਫਿਰ ਜਦੋਂ ਵਿਆਹੀ ਹੁੰਦੀ ਆ ਫਿਰ ਕਹਿੰਦੀ ਆ ਮੈਂ ਵੱਡੀ ਹੋਈ, ਵਿਆਹੀ ਗਈ, ਤੂੰ ਆਸ਼ੀਰਵਾਦ ਦਿੰਦੀ ਧੀਏ ਕੌੜੀ ਵੇਲ ਵਾਂਗੂ ਵਧੀ। ਤੈਨੂੰ ਕੀ ਪਤਾ ਹੈ ਮਾਂ, ਲਹਾਰ ਤਾਂ ਬੇਲ ਨੂੰ ਪਹਿਲਾਂ ਹੀ ਕੱਟਣ ਲਈ ਕੈਂਚੀਆਂ ਤਿੱਖੀਆਂ ਕਰੀ ਬੈਠੇ ਸਨ ਤਿਆਰ। ਤੇ ਪਤੀ ਮਰਦ ਹੋਣ ਦਾ ਹੱਕ ਜਤਾਉਂਦਾ ਤੇ ਉਸਦੇ ਮਾਪੇ ਪੁੱਤ ਵਾਲੇ ਹੋਣ ਦਾ। ਰੋਜ਼ ਸੂਈ ਦੇ ਲੱਕੇ ਵਿੱਚੋਂ ਲੰਘਦੀ ਤਾਂ ਮਾਂ ਮੈਂ ਤੇਰੇ ਧੁੱਖ ਦੇ ਹੌਕਿਆਂ ਤੇ ਹੋਰ ਲਾਂਬੂ ਨਾ ਲਾਉਂਦੀ ਤਾਂ ਕੀ ਕਰਦੀ। ਮੈਂ ਕਈ ਵਾਰੀ ਸੋਚਿਆ ਕਿ ਤੇਰੇ ਧੁੱਖ ਦੇ ਹੌਕਿਆਂ ਨੂੰ ਠੰਡੀ ਰੇਤ ਪਾ ਕੇ ਦਬਾ ਦਿਆਂ, ਪਰ ਮਾਂ ਤੈਨੂੰ ਭਿਣਕ ਲੱਗ ਹੀ ਜਾਂਦੀ। ਮਾਂ ਤੂੰ ਤਾਂ ਐਵੇਂ ਹੀ ਰੱਬ ਨੂੰ ਕੋਸਦੀ, ਰੱਬ ਨਹੀਂ ਕਰਦਾ, ਬੰਦਾ ਬੰਦੇ ਨਾਲ ਕਰਦਾ। ਫਿਰ ਵਿਚਾਰਾ ਰੱਬ ਉੱਥੇ ਕੀ ਕਰੇ। ਜਦੋਂ ਉਡਾਰੀਆਂ ਧੀ ਦੀਆਂ ਅਸਮਾਨਾਂ ਨੂੰ ਲੱਗੀਆਂ, ਫਿਰ ਮਾਂ ਕਹਿੰਦੀ ਜਿੱਦਾਂ ਮੇਰੀ ਗਰੀਬਣੀ ਦੀ ਸੁਣੀ ਉੱਦਾਂ ਸਾਰਿਆਂ ਦੀ ਸੁਣੀ। ਵਾਹ। ਤੇ ਮਾਂ ਹੁਣ ਮੈਨੂੰ ਲੱਗਦਾ ਹੈ ਇਹ ਸਾਰੇ ਰੋਣੇ ਧੋਣੇ ਮੇਰੀ ਆਪਣੀ ਧੀ ਨਹੀਂ ਸੁਣੇਗੀ, ਮੇਰੀ ਆਪਣੀ ਧੀ ਸਮਾਜ ਨਾਲ ਤੁਰੇਗੀ, ਟਾਕਰਾ ਕਰੇਗੀ, ਵਿਰੋਧ ਕਰੇਗੀ। ਰੁਤਬਾ ਹੋਣ ਦਾ, ਇਨਸਾਨ ਹੋਣ ਦਾ ਰੁਤਬਾ ਸਮਝੇਗੀ ਤੇ ਸਮਝਾਏਗੀ। ਆਪਣੀ ਕਿਸਮਤ ਆਪ ਲਿਖੇਗੀ ਮਾਂ, ਆਪ ਲਿਖੇਗੀ। ਜਦੋਂ ਫਿਰ ਗੁਰਨੀਤ ਇਹਦੇ ਵਿੱਚੋਂ ਔਰਤ ਨਿਕਲ ਜਾਂਦੀ ਆ, ਫਿਰ ਜਦੋਂ ਸੱਚੀ ਉਡਾਰੀਆਂ ਅਸਮਾਨਾਂ ਨੂੰ ਲੱਗ ਜਾਂਦੀਆਂ ਆ, ਫਿਰ ਕਹਿੰਦੀ ਆ ਜੁਗਨੂ ਨੇ ਕੀਤੀ ਚਾਨਣੀ, ਮੈਂ ਚਾਨਣ ਕਲਾਵੇ ਭਰ ਲਿਆ, ਉੱਗਦੇ ਸੂਰਜ ਨੂੰ ਅਰਗ ਦੇ ਉਮਰਾਂ ਦਾ ਵਾਅਦਾ ਕਰ ਲਿਆ, ਡਰਦੀ ਸਾਂ ਐਵੇਂ ਅੱਗ ਤੋਂ ਸੂਰਜ ਨੂੰ ਤਲੀਏ ਧਰ ਲਿਆ, ਮੈਂ ਤਰਸੀ ਸਾਂ ਇੱਕ ਬੂੰਦ ਨੂੰ ਰੱਖ ਸਾਵੇਂ ਘੜੇ ਨੂੰ ਭਰ ਲਿਆ, ਮੈਂ ਰੋਈਏ ਉੱਡਦੀ ਫੰਬੜੀ ਮੇਰਾ ਕੇਸੂ ਪੱਲਾ ਫੜ ਲਿਆ, ਆਖਰ ਕਦ ਤੱਕ ਉੱਡਦੀ ਮੈਂ ਸਬਰਾਂ ਦਾ ਘੁੱਟ ਭਰ ਲਿਆ, ਮੈਂ ਬੰਸੀ ਤੇਰੇ ਨਾਦ ਦੀ ਮੇਰੇ ਸ਼ੇਕਾਂ ਸਭ ਕੁਝ ਡਰ ਲਿਆ, ਕੋਈ ਜਨਨੀ ਆਖੇ ਜਗਤ ਦੀ ਕਿਸੇ ਰੱਖ ਜੂਏ ਵਿੱਚ ਹਰ ਲਿਆ, ਜਮਦੂਤਾਂ ਹੱਥੋਂ ਨਾ ਮਰੀ ਪਰ ਜਿਉਂਦੇ ਜੀ ਹੀ ਮਰ ਲਿਆ, ਮੈਂ ਮੱਛਲੀ ਬਣ ਦਰਿਆਵਾਂ ਦੀ ਕੱਚਿਆਂ ਦੇ ਉੱਤੇ ਤਰ ਲਿਆ, ਜੁਗਨੂ ਨੇ ਕੀਤੀ ਚਾਨਣੀ ਮੈਂ ਚਾਨਣ ਕਲਾਵੇ ਭਰ ਲਿਆ, ਉੱਗਦੇ ਸੂਰਜ ਨੂੰ ਅਰਗ ਦੇ ਉਮਰਾਂ ਦਾ ਵਾਅਦਾ ਕਰ ਲਿਆ। ਇਹੋ ਜਿਹੀ ਸਾਡੀ ਔਰਤ ਹੈ ਜੀ, ਅਤੇ ਔਰਤ ਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ ਅਤੇ ਉੱਪਰ ਉੱਠਣਾ ਚਾਹੀਦਾ ਹੈ। ਮਰਦ ਅਤੇ ਔਰਤ ਦੇ ਰਿਲੇਸ਼ਨ ਨੂੰ ਕਿਸ ਕਿਸਮ ਨਾਲ ਦੇਖਦੇ ਹੋ? ਕਿਉਂਕਿ ਮਰਦ ਜਿਹੜੇ ਹੁੰਦੇ ਹੈ, ਮੈਂ ਥੋੜ੍ਹੀ ਤਲਖ ਲਫ਼ਜ਼ਾਂ ਦੇ ਵਿੱਚ ਹੀ ਗੱਲ ਕਰਾਂਗੀ ਕਿ ਸਮਾਜ ਦੇ ਵਿੱਚ ਸਫੈਦ ਪੋਸ਼ ਬਣ ਕੇ ਘੁੰਮਦੇ ਆ। ਬੇਸ਼ੱਕ ਉਹ ਬਾਹਰ ਕਿਤੇ ਵੀ ਜਾਂਦੇ ਆ, ਉਹਨਾਂ ਦੀ ਦੋਸਤੀਆਂ ਹੁੰਦੀਆਂ ਨੇ, ਪਰ ਔਰਤ ਨੂੰ ਜਿਹੜਾ ਹੈ ਉਹ ਦੋਸਤੀ ਕਰਨ ਦਾ ਹੱਕ ਨਹੀਂ। ਬੇਸ਼ੱਕ ਬਾਹਰਲੀਆਂ ਖੁਸ਼ੀਆਂ ਝੂਠੀਆਂ ਹੀ ਨੇ, ਪਰ ਸਾਨੂੰ ਝੂਠੀ ਖੁਸ਼ੀ ਲੈਣ ਦਾ ਵੀ ਹੱਕ ਨਹੀਂ ਹੈ। ਕੀ ਕਹੋਗੇ? ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੀ ਗੱਡੀ ਦੇ ਦੋ ਪਹੀਏ ਆ, ਇੱਕ ਵੀ ਜੇ ਲਿਥ ਜਾਂਦਾ ਹੈ ਤੇ ਗੱਡੀ ਜਿਹੜੀ ਆ ਉਹ ਰੋਡ ਤੋਂ ਲਿਥ ਜਾਂਦੀ ਆ, ਹੈ ਨਾ ਜੀ। ਤੇ ਇਵੇਂ ਹੋਣਾ ਚਾਹੀਦਾ ਆ। ਪਰ ਇਹ ਜਿਹੜਾ ਤੁਸੀਂ ਹਕੀਕਤ ਜਿਹੜੀ ਆ, ਤਲਖ ਜਿਹੜੀ ਤੁਸੀਂ ਮੈਨੂੰ ਤੋਂ ਪੁੱਛੀ ਵੀ ਆ, ਤੁਹਾਨੂੰ ਵੀ ਪਤਾ ਇਹਦੇ ਬਾਰੇ, ਤੇ ਪਰ ਉਹ ਹੋ ਰਿਹਾ ਆ ਜਿਹੜੀ ਆ। ਪਰ ਔਰਤ ਵੀ ਆਪਣੇ ਹੱਕ ਲੈਣਾ ਹੁਣ ਕਹਿੰਦੇ ਜਾਣਦੀ ਆ। ਉਹ ਵੀ ਮਿੱਠੇ ਮਿੱਠੇ ਨਿਹੋਰੇ ਵੀ ਮਾਰ ਦਿੰਦੀ ਆ ਤੇ ਲੈ ਵੀ ਲੈਂਦੀ ਆ, ਤੇ ਪਰ ਫਿਰ ਥੋੜ੍ਹਾ ਜਿਹਾ ਡਾਵਾਂ ਡੋਲ ਜਿਹੜੀ ਆ ਜ਼ਿੰਦਗੀ ਆ ਉਹ ਹੁੰਦੀ ਆ। ਪਰ ਮੈਨੂੰ ਨਹੀਂ ਲੱਗਦਾ ਉਹ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਇੱਕ ਧੁਰਾ ਆ, ਇੱਕ ਹੀ ਗੱਡੀ ਦੇ ਦੋ ਪਹੀਏ ਆ। ਕਿਉਂਕਿ
ਬੱਚੇ ਸਾਡੇ ਜਿਹੜਾ ਸਾਡਾ ਭਵਿੱਖ ਨੇ ਸਾਡੇ ਨਾਲ ਤੁਰਦੇ ਨੇ ਤੇ ਉਹਨਾਂ ਤੇ ਬੜਾ ਅਸਰ ਪੈਂਦਾ ਆ ਤੇ ਬਹੁਤ ਸੋਚ ਸਮਝ ਕੇ ਜਿਹੜੀ ਇਹ ਗੱਡੀ ਸਾਨੂੰ ਜਿਹੜੀ ਆ ਇਹ ਰੱਥ ਦਾ ਜਿਹੜਾ ਇਹ ਦੋਨਾਂ ਪਹੀਆਂ ਨੂੰ ਸਾਨੂੰ ਬੈਲੈਂਸ ਰੱਖਣਾ ਪਊਗਾ। ਜਿਹੜੀ ਸਾਡੀ ਇਹ ਗੱਡੀ ਆ ਫੇਰ ਹੀ ਜਿਹੜੀ ਆ ਬੜੀ ਸਥੂਲ ਦੇ ਨਾਲ ਸਥਿਰ ਜਿਹੜੀ ਆ ਆਪਣੀ ਮੰਜ਼ਿਲ ਦੇ ਤੱਕ ਆਪੇ ਪਹੁੰਚ ਜਾਂਦੀ ਆ। ਜੀ ਕਹਿੰਦੇ ਨੇ ਕਿ ਮਰਦ ਅਕਸਰ ਆਪਣੀਆਂ ਮਹਿਫਿਲਾਂ 'ਚ ਗੱਲਾਂ ਕਰਦੇ ਨੇ ਪਰਾਈ ਔਰਤਾਂ ਦੀ, ਤੇ ਔਰਤਾਂ ਅਕਸਰ ਆਪਣੀ ਮਹਿਫਿਲਾਂ 'ਚ ਗੱਲਾਂ ਕਰਦੀਆਂ ਨੇ ਆਪਣੇ ਹੀ ਮਰਦ ਦੀ। ਜਦੋਂ ਦੋਵੇਂ ਮਿਲ ਕੇ ਰਲ ਬੈਠਦੇ ਨੇ ਤਾਂ ਚੁੱਪ ਪਸਰ ਜਾਂਦੀ ਹੈ। ਔਰਤ ਗੱਲ ਕਰੇਗੀ ਘਰ ਦੀ, ਪਰਿਵਾਰ ਦੀ, ਔਰ ਮਰਦ ਗੱਲ ਕਰੇਗਾ ਕੰਮ ਦੀ, ਕਾਰੋਬਾਰ ਦੀ। ਪਰ ਜੇ ਬਾਹਰ ਦੀ ਗੱਲ ਔਰਤ ਦੀ ਕਰੀਏ ਤੇ ਉਹ ਤਾਂ ਵਿਚਾਰੀ ਕੰਮ ਦੀ ਕਰਦੀ ਆ ਉੱਥੇ। ਹੁਣ ਮੈਨੂੰ ਇੱਥੇ ਦੀ ਔਰਤ, ਕਿਉਂਕਿ ਮੈਨੂੰ ਕਾਫੀ 20-25 ਸਾਲ ਉੱਥੇ ਨੂੰ ਹੋ ਗਏ ਆ, ਜਿਹੜੀ ਉੱਥੇ ਦੀ ਔਰਤ ਆ ਉਹ ਤਾਂ ਹੁਣ ਕੰਮ ਦੀ ਗੱਲ ਕਰੂਗੀ। ਥੋੜਾ ਜਿਹਾ ਔਰਤ ਦਾ ਇੱਥੇ ਫਰਕ ਆ। ਹੁਣ ਪਿੰਡਾਂ ਦੇ ਵਿੱਚ ਅਸੀਂ ਇੱਥੇ ਦੇ ਕੰਮ ਨੂੰ ਸਮਝ ਲੈਂਦੇ ਆ, ਜਿਵੇਂ ਚੌਂਕਾ ਚੁੱਲ੍ਹਾ ਕਰਨਾ, ਰੋਟੀ ਪਕਾਉਣੀ, ਅਸੀਂ ਕਹਿੰਦੇ ਆ ਵੀ ਬਹੁਤ ਕੰਮ ਕਰਦੇ, ਅਸੀਂ ਚਾਹ ਵੀ ਬਣਾਉਣੀ ਆ, ਸਾਡੇ ਘਰ ਦੇ ਬਹੁਤ ਕੰਮ ਆ। ਪਰ ਜਿਹੜੀ ਉੱਥੇ ਦੀ ਔਰਤ ਆ ਇਹਨਾਂ ਕੰਮਾਂ ਨੂੰ ਕੰਮ ਨਹੀਂ ਕਹਿੰਦੀ ਹੈਗੀ। ਚਾਹ ਬਣਾਉਣਾ, ਰੋਟੀ ਪਕਾਉਣੀ ਨਹੀਂ ਕਹਿੰਦੇ। ਉੱਥੇ ਜਿਹੜਾ ਬਾਹਰੋਂ ਅਸੀਂ ਪੈਸੇ ਲਿਆ ਕੇ ਅਸੀਂ ਬਿੱਲ ਬੱਤੀਆਂ ਦੇਣੇ ਆ, ਜਿਹੜੇ ਆਪਣੇ ਹਸਬੈਂਡ ਦੇ ਨਾਲ, ਘਰ ਵਾਲੇ ਦੇ ਨਾਲ ਜਿਹੜਾ ਮੋਢੇ ਤੇ ਮੋਢਾ ਜੋੜ ਕੇ ਘਰ ਨੂੰ ਚਲਾਉਣਾ ਆ, ਉਹਨੂੰ ਉਹ ਕੰਮ ਕਹਿੰਦੇ ਆ। ਤੇ ਫਿਰ ਉਹ ਕੰਮ ਦੀਆਂ ਗੱਲਾਂ ਹੋਣਗੀਆਂ। ਨਹੀਂ ਤਾਂ ਮੈਂ ਇੱਥੇ ਤੱਕ ਸੋਚਦੀ। ਤੁਹਾਨੂੰ ਵੀ ਲੱਗਦਾ ਹੋਏਗਾ ਕਿਉਂਕਿ ਹੁਣ ਤੁਸੀਂ ਉੱਧਰ ਵੀ ਕਾਫੀ ਸਮਾਂ ਹੋ ਗਿਆ ਰਹਿੰਦੇ ਆ, ਤੇ ਜਦੋਂ ਤੁਸੀਂ ਇੱਧਰ ਆ ਕੇ ਹੁਣ ਉਹ ਚੇਂਜ ਹੁੰਦਾ ਟਾਈਮ ਦੇਖਦੇ ਹੋ, ਯਾਨੀ ਕਿ ਕੁਝ ਸਮਾਂ ਪਹਿਲਾਂ ਜਦੋਂ ਤੁਸੀਂ ਇੰਡੀਆ ਆਇਆ ਕਰਦੇ ਸੀ ਤਾਂ ਉਦੋਂ ਜੋ ਗੱਲਾਂ ਤੁਸੀਂ ਦੱਸਿਆ ਕਰਦੇ ਸੀ ਸ਼ਾਇਦ ਇੱਧਰ ਵਾਲੇ ਲੋਕਾਂ ਵਾਸਤੇ ਉਹ ਸੁਣਨੀਆਂ ਕੁਝ ਨਵੀਆਂ ਹੋਇਆ ਕਰਦੀਆਂ ਸੀ। ਪਰ ਅੱਜ ਜ਼ਮਾਨਾ ਚੇਂਜ ਹੋ ਗਿਆ, ਸੋਸ਼ਲ ਮੀਡੀਆ ਨੇ ਐਵਰੀਥਿੰਗ ਇਜ਼ ਇਨ ਆਰ ਫਿਸਟ, ਸਾਡੀ ਮੁੱਠੀ 'ਚ ਸਾਰਾ ਕੁਝ ਹੈ, ਤੇ ਇੱਧਰ ਔਰ ਉੱਧਰ ਦਾ ਉਹਨਾਂ ਫਰਕ ਨਹੀਂ ਰਹਿ ਗਿਆ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਐਜੂਕੇਟ ਕਰ ਦਿੱਤਾ ਹੈ। ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਦੀ ਸਾਈਕੀ ਵੀ ਬਹੁਤ ਜ਼ਿਆਦਾ ਚੇਂਜ ਹੋਈ ਹੈ। ਤੇ ਜਦੋਂ ਤੁਸੀਂ ਹੁਣ ਇੱਧਰ ਆਏ ਤਾਂ ਕਿਸ ਤਰ੍ਹਾਂ ਦਾ ਇੱਕ ਬਦਲਾਵ ਹੈ, ਇੱਕ ਬਦਲਿਆ ਰੂਪ ਤੁਸੀਂ ਮਹਿਸੂਸ ਕੀਤਾ? ਕਿਉਂਕਿ ਯਕੀਨਨ ਕਰੋਨਾ ਦਾ ਵੀ ਇੱਕ ਲੰਬਾ ਸਮਾਂ ਕਰੋਨਾ ਸਾਡੇ ਵਿੱਚ ਰਿਹਾ, ਤਾਂ ਇੱਕ ਕਾਫੀ ਗੈਪ ਜ਼ਰੂਰ ਪੈ ਗਿਆ ਹੋਏਗਾ ਇੱਧਰ ਆਉਣ ਵਾਸਤੇ ਵੀ। ਨਹੀਂ ਤਾਂ ਮੈਨੂੰ ਤੁਸੀਂ ਪਿੰਡਾਂ ਦੀਆਂ ਜਿਹੜੀਆਂ ਕੁਛ ਲੇਡੀਜ਼ ਆ, ਮੈਂ ਸਾਰੀਆਂ ਦੀ ਨਹੀਂ ਗੱਲ ਕਰਦੀ, ਮੇਰੇ ਮਗਰ ਨਾ ਪਵਾ ਦਿਓ ਤੁਸੀਂ ਕਿਉਂਕਿ ਮੇਰੇ ਨਾਲ ਹੀ ਫਿਰ ਲੜਾਈ ਸ਼ੁਰੂ ਹੋ ਜਾਊਗੀ। ਪਤਾ ਕੀ, ਹੋਰ ਤਾਂ ਅਸੀਂ ਬਹੁਤ ਕੁਝ ਬਦਲ ਲਿਆ। ਇੰਟਰਵਿਊ ਦਾ ਲਿੰਕ ਨਹੀਂ ਪਾਵਾਂਗੇ ਹੋਰ ਤਾਂ ਬਹੁਤ ਕੁਝ ਬਦਲ ਗਿਆ ਆ। ਅਸੀਂ ਫੋਨ ਵੀ ਰੱਖ ਲਿਆ, ਸਾਰੇ ਅਸੀਂ ਉਹਦੇ ਨਾਲ ਸੋਸ਼ਲ ਮੀਡੀਆ ਤੋਂ ਦੇਖ ਕੇ ਸਾਰਾ ਕੁਝ ਕਰ ਲਿਆ। ਪਰ ਜਿਹੜੀ ਸੋਚ ਸਾਡੀ ਹਜੇ ਬਾਹਲੀ ਨਹੀਂ ਹੈਗੀ ਚੇਂਜ ਹੋਈ। ਹਜੇ ਅਸੀਂ ਲੂਣ ਮਿਰਚ ਤੋਂ ਉੱਥੋਂ ਬਾਹਰ ਨਹੀਂ ਨਿਕਲੇ ਹੈਗੇ, ਸੂਟਾਂ ਕਢਾਈਆਂ ਚੋਂ ਬਾਹਰ ਨਿਕਲੇ। ਉਹ ਸਾਨੂੰ ਜਦੋਂ ਅਸੀਂ ਆਉਂਦੇ ਹਾਂ ਸਾਨੂੰ ਔੜ ਜਿਹਾ ਲੱਗਦਾ ਹੈ ਵੀ ਇਹ ਗੱਲਾਂ ਹਜੇ ਉੱਥੇ ਦੀਆਂ ਉੱਥੀਆਂ। ਜਾਂ ਹਜੇ ਮਟਰ ਪਨੀਰ ਪਿੰਡ 'ਚੋਂ ਵਿਆਹ ਸ਼ਾਦੀ ਤੇ ਉਹਨੇ ਕਿੱਦਾਂ ਦਾ ਪਨੀਰ ਪਾਇਆ ਹੈ, ਉਹਨੇ ਮਾੜਾ ਪਾਇਆ ਚੰਗਾ, ਉਹਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲੇ। ਕਿਉਂਕਿ ਮੇਰੇ ਵੀ ਹੁਣ ਜਿਹੜੇ ਰਿਸ਼ਤੇਦਾਰ ਪਿੰਡਾਂ ਦੇ ਵਿੱਚ ਆ ਉਹਦੇ ਵਿੱਚੋਂ ਜਦ ਲੱਗਦੇ ਆ ਤੇ ਥੋੜਾ ਜਿਹਾ ਚੁੱਪ ਪਸਰ ਜਾਂਦੀ ਆ ਮੇਰੇ ਵੀ ਹਜੇ ਅਸੀਂ ਕਿੱਥੇ ਖੜੇ ਆ, ਅਸੀਂ ਬਾਹਰ ਕਿਉਂ ਨਹੀਂ ਨਿਕਲਦੇ ਹੈਗੇ। ਜਿਵੇਂ ਮੈਂ ਗੱਲ ਤੁਹਾਨੂੰ ਬਾਹਰ ਦੀ ਵੀ ਕੀਤੀ ਆ ਵੀ ਉੱਥੇ ਜਿਹੜੀਆਂ ਹੁਣ ਬਾਹਰ ਔਰਤਾਂ ਆ ਉਹਨਾਂ ਨੇ ਤਾਂ ਕੰਮ ਦੀਆਂ ਗੱਲਾਂ ਕਰਨੀਆਂ ਜੀ, ਕਿਉਂਕਿ ਉੱਥੇ ਲੜਾਈ ਸਰਵਾਈਵਲ ਦੀ ਹੈ। ਤੇ ਇੱਥੇ ਫਿਰ ਉੱਥੇ ਮਾੜਾ ਮੋਟਾ ਵੀ ਹੋਵੇ ਤੇ ਇੱਥੇ ਪਿੰਡਾਂ 'ਚ ਔਰਤਾਂ, ਮੈਂ ਇੱਕ ਹੋਰ ਗੱਲ ਵੀ ਬੜੀ ਸੁਣੀ ਆ, ਕਹਿੰਦੇ ਇੱਥੇ ਤਾਂ ਬਿਮਾਰੀ ਨਹੀਂ ਛੱਡਦੀ ਹੈਗੀ ਕੰਮ ਅਸੀਂ ਸਾਰੇ ਜਾਣਿਆਂ ਨੇ। ਦੇਖੋ ਉੱਥੇ ਬਾਹਰ ਵੀ ਔਰਤ ਕੰਮ ਕਰਕੇ ਆਉਂਦੀ ਆ, ਬੱਚੇ ਵੀ ਤੋਰਦੀ ਆ, ਫਿਰ ਉਹਨਾਂ ਨੇ ਪੰਜਾਬੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਪਾਇਆ, ਔਰਤ ਦੌੜੀ ਭੱਜੀ ਫਿਰਦੀ ਆ ਹਨਾ। ਤੇ ਇੱਥੇ ਔਰਤ ਨੇ ਅਸੀਂ 2-2 3-3 ਪਿੰਡਾਂ ਦੇ ਵਿੱਚ ਕੰਮ ਵਾਲੀਆਂ ਨੂੰ ਰੱਖ ਲੈਂਦੇ ਆ ਜੀ। ਤੇ ਫਿਰ ਅਸੀਂ ਕਹਿੰਦੇ ਸਾਡਾ ਆਹ ਦੁਖਦਾ ਆ ਹਨਾ। ਹੁਣ ਗੱਲਾਂ ਤਾਂ ਮੇਰੀਆਂ ਭਾਵੇਂ ਮੈਨੂੰ ਲੱਗਦਾ ਨਹੀਂ ਬੁਰੀਆਂ ਹੀ ਲੱਗਣੀਆਂ, ਪਰ ਥੋੜਾ ਜਿਹਾ ਮੈਨੂੰ ਮਹਿਸੂਸ ਹੁੰਦਾ ਹੈ ਵੀ ਸਾਨੂੰ ਆਪਣਾ ਆਪ ਹਿਲਾਉਣਾ ਚਾਹੀਦਾ ਆ। ਜੇ ਅਸੀਂ ਇੱਥੋਂ ਹੀ ਉਹੀ ਔਰਤ ਪਿੰਡ ਦੀ ਜਾ ਕੇ ਬਾਹਰ ਕੰਮ ਕਰ ਸਕਦੀ ਹੈ, ਫੈਕਟਰੀ ਦੇ ਵਿੱਚ 10-10 ਘੰਟੇ ਜਾ ਕੇ 12, ਤੇ ਆਪਣੇ ਘਰ ਵਿੱਚ ਕਿਉਂ ਨਹੀਂ ਕਰ ਸਕਦੀ? ਉਹਨੂੰ ਕਰਨਾ ਚਾਹੀਦਾ ਹੈ। ਘਰ ਉਹਦਾ ਕਿਉਂ ਜਦੋਂ ਬਾਹਰ ਜਾਂ ਸੂਟਾਂ ਦੀ ਗੱਲ ਜਾਂ ਵਿਆਹ ਸ਼ਾਦੀਆਂ ਤੇ ਜਾਣਾ, ਬਾਹਰਲੇ ਕੰਮ ਕਰਨੇ ਆ, ਫਿਰ ਤਾਂ ਅਸੀਂ ਕਰੇ ਆਉਂਦੇ। ਜਦੋਂ ਘਰ 'ਚ ਸਾਨੂੰ ਚਾਹ ਦਾ ਕੱਪ ਬਣਾਉਣਾ ਪੈਂਦਾ, ਰੋਟੀ ਬਣਾਉਣੀ ਪੈਂਦੀ ਆ, ਪੋਚਾ ਲਾਉਣਾ ਪੈਂਦਾ, ਫਿਰ ਸਾਡੇ ਸਾਰੇ ਸਰੀਰ ਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਉਹ ਬਾਹਰ ਨਿਕਲ ਕੇ ਇੱਦਾਂ ਫੈਲਦੀਆਂ ਹੁੰਦੀਆਂ ਘਰ ਦੇ ਵਿੱਚ ਨਾ। ਉਹ ਥੋੜਾ ਜਿਹਾ ਤਕਲੀਫ ਜਿਹੀ ਵੀ ਹੁੰਦੀ ਆ ਵੀ ਅਸੀਂ ਬਿਮਾਰੀ ਨੂੰ ਇੰਨਾ ਨਾ ਬਣਾਈਏ, ਕਿਉਂਕਿ ਹਰ ਇੱਕ ਨੂੰ ਬਿਮਾਰੀ ਆ, ਭਾਵੇਂ ਉੱਧਰ ਆ, ਕਿਉਂਕਿ ਖਾਣੇ ਇਦਾਂ ਦੇ ਹੋ ਗਏ ਆ ਗੁਰਨੀਤ ਜੀ। ਤੇ ਉਹਦੇ ਵਿੱਚੋਂ ਨਿਕਲ ਕੇ ਸਾਨੂੰ ਥੋੜਾ ਜਿਹਾ
ਮੈਨੂੰ ਲੱਗਦਾ ਨਿਕਲਣਾ ਤੁਸੀਂ ਜਿਹੜੀ ਗੱਲ ਕੀਤੀ ਮੈਨੂੰ ਉਥੋਂ ਗੱਲ ਚੇਤੇ ਆ ਗਈ। ਇੱਕ ਵਾਰ ਸਾਡਾ ਵੀ ਪਿੰਡ ਜਾਣਾ ਹੋਇਆ ਤੇ ਮੇਰੇ ਮਦਰ ਕਹਿੰਦੇ ਵੀ ਉਹ ਨਾਲ ਦੇ ਘਰ ਵਾਲੀਆਂ ਨਾ ਵੀ ਲੜ ਰਹੀਆਂ ਸੀ ਆਪਸ ਤੇ ਮੈਂ ਲੜਾਈ ਦਾ ਕਾਰਨ ਪੁੱਛਿਆ ਤਾਂ ਉਹ ਕਹਿੰਦੇ ਵੀ ਉਹ ਕਹਿੰਦੀ ਹੈ ਵੀ ਤੂੰ ਮੇਰੇ ਘਰ ਨਜ਼ਰ ਲਾਤੀ ਵੀ ਮੇਰੇ ਵਿਹੜੇ 'ਚ ਟੈਲਾਂ ਪੈ ਰਹੀਆਂ ਸੀ। ਸੋ ਕਿ ਤੇਰੀ ਮਾੜੀ ਨਜ਼ਰ ਲੱਗੀ ਹੈ। ਸੋ ਕਿਤੇ ਨਾ ਕਿਤੇ ਸਾਡਾ ਜਿਹੜੀ ਸਾਈਕੀ ਹੈ ਉਹ ਉੱਥੇ ਹੀ ਖੜੀ ਹੈ। ਬੇਸ਼ੱਕ ਇੱਧਰੋਂ ਵੀ ਉਹ ਲੋਕ ਜਿਹੜੇ ਨੇ ਉਹ ਖਾਲੀ ਸਿਰਫ ਜਹਾਜ਼ ਚੜ੍ਹ ਕੇ 7 ਸਮੁੰਦਰ ਪਾਰ ਹੀ ਕਰਦੇ ਆ, ਪਰ ਸਾਈਕੀ ਕਿਤੇ ਨਾ ਕਿਤੇ ਉੱਥੇ ਰਹਿ ਜਾਂਦੀ ਹੈ। ਕਿਉਂਕਿ ਜੇ ਅਸੀਂ ਹੁਣ ਮੈਂ ਉੱਥੇ ਕਹਿੰਦੀ ਹੁੰਦੀ ਆ ਵੀ ਅਸੀਂ ਭਾਵੇਂ ਬਗਾਨੀ ਧਰਤੀ ਤੇ ਸੌਂਦੇ ਆ ਪਰ ਸੁਪਨੇ ਸਾਨੂੰ ਆਪਣੀ ਧਰਤੀ ਤੇ ਆਉਂਦੇ ਆ, ਆਪਣੇ ਲੋਕ ਸਾਨੂੰ ਯਾਦ ਆਉਂਦੇ ਆ ਹਨਾ। ਇੱਥੇ ਦੇ ਅਸੀਂ ਸੁਪਨੇ ਲੈਂਦੇ ਆ। ਕੋਈ ਵੀ ਮੈਂ ਜਦੋਂ ਦੀ ਉੱਥੇ ਗਈ ਆ ਮੈਨੂੰ ਲੱਗਦਾ ਮੈਨੂੰ ਕੈਨੇਡਾ ਦਾ ਸੁਪਨਾ ਨਹੀਂ ਆਇਆ ਹੋਣਾ, ਇੱਥੇ ਦਾ ਹੀ ਆਉਂਦਾ ਆ ਜੀ। ਮੈਂ ਨਾ ਇੱਕ ਹੋਰ ਬੜੀ ਖੂਬਸੂਰਤ ਗੱਲ ਤੁਹਾਡੇ ਤੋਂ ਜਾਣਨਾ ਚਾਹਾਂਗੀ। ਜਿਸ ਤਰ੍ਹਾਂ ਰਾਈਟਰਸ ਨੇ ਜਿਹੜੇ ਉਹ ਅਕਸਰ ਆਪਣੀ ਮਿੱਟੀ, ਆਪਣੀ ਆਬੋ ਹਵਾ, ਆਪਣੇ ਖਾਣਿਆਂ ਦੀ ਗੱਲ ਕਰਦੇ ਆ। ਜਿਵੇਂ ਇੱਕ ਰਾਜੇ ਨੇ ਕਿਸੇ ਨੂੰ ਕਿਹਾ ਵੀ ਇਹ ਇਨਸਾਨ ਸਾਡੀ ਰਿਆਸਤ ਦੇ ਵਿੱਚ ਨਵਾਂ ਆਇਆ ਪਰ ਇਸ ਨੂੰ ਦੇਖ ਕੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹਦਾ ਥੌ ਟਿਕਾਣਾ ਕੀ ਹੈ। ਤੇ ਕਿਸੇ ਸਿਆਣੇ ਨੇ ਕਿਹਾ ਵੀ ਮੈਂ ਤੁਹਾਨੂੰ ਦੱਸਾਂਗਾ। ਤੇ ਜਿੱਦਾਂ ਹੀ ਉਹ ਸੌਂ ਰਿਹਾ ਸੀ ਤੇ ਸਵੇਰੇ ਉਹ ਸੁੱਤੇ ਪਏ ਤੇ ਪਾਣੀ ਦੀ ਬਾਲਟੀ ਮਾਰੀ ਤੇ ਜਦੋਂ ਉਹ ਉੱਠ ਕੇ ਅੱਬੜ ਵਾਹੇ ਬੋਲਿਆ ਤਾਂ ਉਸ ਵੇਲੇ ਉਹਨੇ ਆਪਣੀ ਮਾਤ ਭਾਸ਼ਾ ਦੇ ਵਿੱਚ ਗੱਲ ਕੀਤੀ। ਯਾਨੀ ਕਿ ਤੁਹਾਡੇ ਸੰਸਕਾਰ ਤੋਂ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਸੁਪਨੇ ਵੀ ਆਪਣੀ ਧਰਤੀ ਦੇ ਆਉਂਦੇ ਆ। ਕਿਉਂਕਿ ਜਦੋਂ ਤੁਸੀਂ ਉਹਨਾਂ ਖਾਸ ਚੀਜ਼ਾਂ ਦੀ ਗੱਲ ਕਰਦੇ ਹੋ ਉਹ ਚੀਜ਼ਾਂ ਕਿਉਂਕਿ ਇਨਬੋਰਨ ਹੁੰਦੀਆਂ ਤੁਹਾਡੇ ਅੰਦਰ ਵਸੀਆਂ ਹੋਈਆਂ। ਜਦੋਂ ਉੱਧਰੋਂ ਇੱਧਰ ਆਉਣਾ ਹੁੰਦਾ ਤਾਂ ਵਾਕਈ ਤੁਸੀਂ ਆਪਣੀ ਆਬੋ ਹਵਾ ਨੂੰ, ਮਿੱਟੀ ਨੂੰ, ਖੁਸ਼ਬੂ ਨੂੰ ਮਹਿਸੂਸ ਕਰਦੇ ਹੋ ਜਿੱਦਾਂ ਰਾਈਟਰਸ ਅਕਸਰ ਆਪਣੀ ਕਵਿਤਾਵਾਂ ਦੇ ਵਿੱਚ, ਆਪਣੀ ਲਿਖਤਾਂ ਦੇ ਵਿੱਚ ਲਿਖਦੇ ਆ। ਜਾ ਬਿਲਕੁਲ ਗੁਰਨੀਤ, ਮੈਂ ਆਪਣੇ ਨਾਨਕੇ ਪਿੰਡ ਜਾਣਾ ਸੀ ਤੇ ਮੇਰੇ ਮਾਮਾ ਜੀ ਵੀ ਉਧਰੋਂ ਕੈਨੇਡਾ ਤੋਂ ਹੀ ਆਏ ਹੋਏ ਸੀਗੇ। ਤੇ ਜਦੋਂ ਮੈਂ ਜਾ ਰਹੀ ਸੀ ਨਾ ਉਧਰ ਢਲਮਾ ਸਾਈਡ ਤੇ ਪਿੰਡ ਆ ਤੇ ਉੱਥੇ ਸਾਡੇ ਹਨਾ ਜਦੋਂ ਪਹਿਲਾਂ ਨਾਨਕੇ ਜਾਂਦੇ ਹੁੰਦੇ ਸੀ ਤੇ ਤਾਂਗੇ ਦੇ ਉੱਤੇ ਜਾਂਦੇ ਹੁੰਦੇ ਸੀਗੇ ਤੇ ਉਹ ਟਿਪ ਟਿਪ ਦੀ ਆਵਾਜ਼ ਜਿਹੜੀ ਤਾਂ ਘੋੜੇ ਦੀ ਆਉਂਦੀ ਹੁੰਦੀ ਸੀ ਉਹ ਕੰਨਾਂ ਦੇ ਵਿੱਚ ਮੈਨੂੰ ਇਦਾਂ ਲੱਗੇ ਵੀ ਜਿਵੇਂ ਕੰਨਾਂ ਦੇ ਵਿੱਚ ਜਾ ਰਹੀ ਆ। ਤੇ ਮਾਮਾ ਜੀ ਕਹਿੰਦੇ ਅੱਜ ਮੈਂ ਇੱਥੇ ਥੋੜੇ ਉਧਰ ਸਾਡੇ MP ਵੀ ਆਏ ਹੋਏ ਸੀ ਤੇ ਉਹਨਾਂ ਨੇ ਕਾਫੀ ਉਹਨਾਂ ਦਾ ਉਧਰ ਨਾਮ ਆ ਤੇ ਉਹਨਾਂ ਨੇ ਇੰਦਰਜੀਤ ਬਾਲਜੀ ਆ ਤੇ ਉਹਨਾਂ ਨੇ ਪ੍ਰੋਗਰਾਮ ਉੱਥੇ ਰੱਖਿਆ ਸੀਗਾ ਨਾਨਕੇ ਤੇ ਮੈਂ ਚਲੇ ਗਈ। ਤੇ ਮੈਂ ਪਰਸੋਂ ਨੂੰ ਜਿੱਦਾਂ ਮੈਂ ਕਿਹਾ 3 ਦਿਨਾਂ ਬਾਅਦ ਪਿਛਲੀ ਵਾਰੀ ਜਦੋਂ ਮੈਂ ਆਈ ਆ ਜਾਣਾ ਸੀਗਾ ਤੇ ਕਹਿੰਦੇ ਨੇ ਜ਼ਰੂਰ ਆ ਵੀ ਉੱਥੇ ਸਾਰੇ ਅੱਜ ਇਕੱਠੇ ਹੋਣ ਲੱਗੇ। ਮੈਂ ਚਲੇ ਗਈ ਤੇ ਮੈਂ ਜਾਂਦੇ ਹੋਏ ਮਾਮਾ ਜੀ ਨੂੰ ਕੁਐਸਚਨ ਕੀਤਾ ਕਿਉਂਕਿ ਉੱਧਰ ਬਹੁਤ ਵੱਡੇ ਵੱਡੇ ਦਰਖਤ ਆ, ਇੱਧਰ ਜਾਮਨਾਂ ਦੇ ਤੇ ਦੂਸਰੇ ਹੁੰਦੇ ਆ ਅੰਬਾਂ ਦੇ ਵੱਡੇ ਵੱਡੇ ਦਰਖਤ ਹੁੰਦੇ ਆ ਤੇ ਉਹ ਵਿੱਚੋਂ ਮੈਂ ਉਹਨਾਂ ਵੱਲ ਦੇਖਦੀ ਗਈ ਜਿੱਦਾਂ ਗੱਡੀ ਦੇ ਵਿੱਚ ਮੇਰੀ ਨਿਗਾਹ ਨਹੀਂ। ਤੇ ਮਾਮਾ ਜੀ ਨੂੰ ਜਾ ਕੇ ਮੈਂ ਪੁੱਛਿਆ, ਮੈਂ ਕਿਹਾ ਮਾਮਾ ਜੀ ਤੁਹਾਨੂੰ ਵੀ ਤੁਹਾਡੇ ਕੰਨਾਂ 'ਚ ਹਜੇ ਟਿਪ ਟਿਪ ਦੀ ਆਵਾਜ਼ ਆਉਂਦੀ ਆ ਘੋੜਿਆਂ ਦੀ? ਕਹਿੰਦੇ ਨਹੀਂ ਕੁੜੀਓ ਤੇਰੇ ਹੀ ਆਉਂਦੀ, ਤੂੰ ਕਰਕੇ ਲਿਖਦੀ ਆ ਹਨਾ। ਤੇ ਉਹ ਜਾਂਦੀ ਨਹੀਂ ਹੈਗੀ ਜਿਵੇਂ ਭਾਵੇਂ ਉੱਥੇ ਅਸੀਂ ਰਹਿੰਦੇ ਆ ਪਰ ਜਿਹੜੇ ਕਹਿੰਦੇ ਹੁੰਦੇ ਆ ਆਪਣਾ ਸੱਭਿਆਚਾਰ ਆ, ਆਪਣੀ ਬੋਲੀ, ਆਪਣਾ ਵਿਰਸਾ ਆ, ਇੱਥੋਂ ਅਸੀਂ ਲੈ ਕੇ ਜਾਂਦੇ ਆ ਉੱਥੇ ਅਸੀਂ ਮਹਾਨ ਕੀਤਾ ਆ ਜਿਵੇਂ ਆਪਣੇ ਸੱਭਿਆਚਾਰ ਨੂੰ ਫੈਲਾਇਆ ਹੋਇਆ ਤੇ ਉਹ ਸੱਭਿਆਚਾਰ ਨੂੰ ਅਸੀਂ ਇੱਥੋਂ ਹੀ ਲੈ ਕੇ ਜਾਂਦੇ ਆ ਤੇ ਫਿਰ ਉਹਨੂੰ ਅਸੀਂ ਕਿੱਦਾਂ ਭੁਲਾ ਦੇਵਾਂਗੇ ਜਦੋਂ ਅਸੀਂ ਬਾਕੀਆਂ ਕੌਮਾਂ ਦੇ ਵਿੱਚ ਆਪਣਾ ਸੱਭਿਆਚਾਰ ਫੈਲਾਇਆ ਹੋਇਆ। ਸਾਡੇ ਸੱਭਿਆਚਾਰ ਨੂੰ, ਸਾਡੀ ਬੋਲੀ ਨੂੰ ਬਾਕੀ ਸਾਡੇ ਉਧਰਲੇ ਲੋਕ ਜਿਹੜੇ ਆ ਗੋਰੇ ਲੋਕ ਆ ਜਿਹੜੇ ਉਹਨੂੰ ਫੋਲੋ ਕਰਦੇ ਆ ਤੇ ਅਸੀਂ ਆਪਣੀ ਬੋਲੀ ਨੂੰ, ਸੱਭਿਆਚਾਰ ਨੂੰ ਕਿੱਦਾਂ ਵਿਰਸੇ ਨੂੰ ਭੁੱਲ ਜਾਵਾਂਗੇ। ਜੀ ਅਗਲਾ ਸਵਾਲ ਇਹ ਕਿ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਪਹਿਲਾਂ ਪਹਿਲਵਾਨੀ ਕਰਿਆ ਕਰਦੇ ਸੀ, ਉੱਚਾ ਲੰਮਾ ਜੁੱਸਾ ਉਹਨਾਂ ਦਾ ਹੋਇਆ ਕਰਦਾ ਸੀ ਤੇ ਬੜੇ ਤਗੜੇ ਨੌਜਵਾਨ, ਤਾਂ ਸਾਡੀ ਜਿਹੜਾ ਸੱਭਿਆਚਾਰ ਹੈ ਉਸ ਦੇ ਵਿੱਚ ਹੀ ਖਾਣਾ ਦਾਣਾ, ਡਾਈਟਿੰਗ ਵਰਗੀ ਕੋਈ ਸ਼ੈ ਸਾਡੇ ਸੱਭਿਆਚਾਰ ਵਿੱਚ ਨਹੀਂ ਸੀ। ਤਾਂ ਰਿਵਾਇਤੀ ਖਾਣਿਆਂ ਦੀ ਗੱਲ ਕਰੀਏ ਤੇ ਉੱਧਰਲੇ ਲੋਕ ਕਿੱਦਾਂ ਮਹਿਸੂਸ ਕਰਦੇ ਆ? ਕਿਉਂਕਿ ਤੁਸੀਂ 2 ਦਿਨ 4 ਦਿਨ ਸੈਲਡ ਖਾ ਲਓਗੇ ਜਾਂ ਕੋਈ ਹੋਰ ਚਾਈਨੀਜ਼ ਖਾਣਾ ਖਾ ਲਓਗੇ, ਹੋਰ ਡਿਸ਼ਿਸ ਖਾ ਲਓਗੇ, ਕੋਰੀਅਨ ਡਿਸ਼ਿਸ ਖਾ ਲਓਗੇ ਤੇ ਮੁੜ ਕਿੜ ਕੇ ਫਿਰ ਮੱਕੀ ਦੀ ਰੋਟੀ, ਸਾਗ ਤੇ ਜਾਂ ਕੜੀ ਚਾਵਲ ਤੇ ਅਸੀਂ ਕਿਉਂ ਆਉਂਦੇ ਆ? ਅਸੀਂ ਤਾਂ ਆ ਜਾਂਦੇ ਆ ਕਿਉਂਕਿ ਅਸੀਂ ਇੱਥੋਂ ਗਏ ਹੋਏ ਆ। ਹੁਣ ਜੇ ਗੁਰਨੀਤ ਅਗਲੇ ਬੱਚਿਆਂ ਦੀ ਜਨਰੇਸ਼ਨ ਦੀ ਗੱਲ ਕਰਦੇ ਆ ਉਹ ਤਾਂ ਉਹਨਾਂ ਦਾ ਮੂੰਹ ਪਕਲ ਜਾਂਦਾ, ਉਹ ਇੱਕ ਟਾਈਮ ਰੋਟੀ ਖਾ ਕੇ ਦੂਜੇ ਟਾਈਮ ਕਹਿਣਗੇ ਹੁਣ ਫੇਰ ਰੋਟੀ ਖਾਣੀ ਹੈ। ਤੇ ਪਰ ਅਸੀਂ ਤਾਂ ਫਿਰ ਇੱਥੋਂ ਹੀ ਸਾਗ ਦੇ ਵਿੱਚੋਂ ਨਹੀਂ ਅਸੀਂ ਨਿਕਲੇ ਹਜੇ। ਮੈਂ ਆਪਣੀ ਗੱਲ ਹੀ ਕਰ ਰਹੀ ਹਾਂ, ਸਾਡੇ ਜਿਹੜੇ ਹੁਣ ਉਮਰ ਦੇ ਲੋਕ ਆ ਉਹ ਤਾਂ ਫਿਰ ਸਾਗ ਰੋਟੀ ਜਿਹੜੀ ਆ ਰਵਾਇਤੀ ਖਾਣੇ ਅਸੀਂ ਉਹਨੂੰ ਪਹਿਲ ਦਿੰਦੇ ਆ। ਪੀਜ਼ੇ ਬਰਗਰ ਤਾਂ ਅਸੀਂ ਥੋੜਾ ਜਿਹਾ ਪਿੱਛੇ ਰੱਖ ਕੇ ਹੀ ਫਿਰ ਤੁਰਦੇ ਆ। ਪਰ ਅੱਗੇ ਜਨਰੇਸ਼ਨ ਹੁਣ ਜਿਵੇਂ ਇੱਥੇ ਚੇਂਜ ਹੋ ਰਹੀ ਆ ਉੱਥੇ ਵੀ ਉਹ ਕਹਿੰਦੇ ਆ ਵੀ ਇੱਕ ਟਾਈਮ ਰੋਟੀ ਖਾਵਾਂਗੇ ਦੂਜੇ ਟਾਈਮ ਨਹੀਂ ਹੈਗਾ। ਜੀ ਤੁਹਾਡਾ ਪੰਜਾਬੀ ਬੋਲਣ ਦਾ ਲਹਿਜਾ ਟਿਪੀਕਲ ਪੰਜਾਬੀ ਹੀ ਹੈ ਕੈਨੇਡਾ ਰਹਿਣ ਦੇ ਬਾਵਜੂਦ ਵੀ ਉਹ ਸਲੈਂਗ ਨਹੀਂ ਆਇਆ ਪੰਜਾਬੀ ਦੇ ਵਿੱਚ, ਕਿਉਂ?
ਉਹ ਫਿਰ ਆਉਣਾ ਹੀ ਨਹੀਂ, ਕਿਉਂਕਿ ਅਸੀਂ ਮੇਰਾ ਵਿੱਚੋਂ ਪੰਜਾਬ ਹੀ ਨਹੀਂ ਨਿਕਲਿਆ ਅਜੇ ਜੀ ਹਾਲੇ ਤੱਕ ਪੰਜਾਬ 'ਚ ਹੀ ਰਹੇ ਹੋ। ਪੰਜਾਬ 'ਚ ਹੀ ਰਹੇ ਆ। ਇੱਕ ਮੇਰਾ ਲਿਖਣ ਦੇ ਨਾਲ ਵਾਹ ਆ, ਇੱਕ ਬੋਲਣ ਦੇ ਨਾਲ ਆ, ਤੇ ਬੱਚੇ ਵੀ ਮੇਰੇ ਹੁਣ ਇੱਥੋਂ ਤੁਸੀਂ ਵੀ ਜਾਓਗੇ ਤੇ ਦੇਖਿਓ ਬੱਚੇ ਮੇਰੇ ਬਹੁਤ ਸੋਹਣੀ ਪੰਜਾਬੀ ਠੇਠ ਪੰਜਾਬੀ ਬੋਲਦੇ ਆ, ਕਿਉਂਕਿ ਮੈਂ ਜਦੋਂ ਦੀ ਗਈ ਆ ਇੱਥੋਂ ਆਪਣੇ ਉੱਥੇ ਵੀ ਸਾਰੇ ਪਰਿਵਾਰ ਦੇ ਨਾਲ ਘਰ ਦੇ ਵਿੱਚ ਕਦੇ ਵੀ ਇੰਗਲਿਸ਼ ਨਹੀਂ ਬੋਲੀ, ਪੰਜਾਬੀ ਦੇ ਨਾਲ ਉਹਨਾਂ ਨੂੰ ਜੋੜਿਆ ਆ। ਜੇ ਮੈਂ ਨਾਟਕ ਕੀਤਾ ਆ, ਭਾਵੇਂ ਮੇਰੇ 3 ਬੱਚੇ ਆ, ਮੈਂ 3 ਬੱਚਿਆਂ ਨੂੰ ਆਪਣੇ ਨਾਟਕ ਦੇ ਨਾਲ ਜੋੜਿਆ, ਉੱਥੇ ਥੀਏਟਰ ਦੇ ਨਾਲ ਜੋੜ ਕੇ ਰੱਖਿਆ। ਮੇਰੀ ਬੇਟੀ ਹੁਣ ਜਮਰੌਦ ਫਿਲਮ ਜਿਹੜੀ ਆ ਥੋੜੇ ਦਿਨਾਂ ਨੂੰ ਹੁਣ ਕੈਨੇਡਾ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਉਹਦੇ ਵਿੱਚ ਕੰਮ 2 ਵਾਰੀ ਇੱਥੇ ਕਰਕੇ ਗਈ ਆ। ਤੇ ਜੀ ਉਹ ਨਾਟਕ ਦਾ ਭਾਜੀ ਵਾਲਾ ਕਿੱਸਾ ਤਾਂ ਸਾਡੇ ਸਰੋਤੇ ਨਾਲ ਸਾਂਝਾ ਕਰੋ। ਨਾਟਕ ਵਾਲਾ ਇਦਾਂ ਹੁੰਦਾ ਹੈ ਗੁਰਨੀ, ਜਦੋਂ ਅਸੀਂ ਥੀਏਟਰ ਦੇ ਨਾਲ ਕੰਮ ਕਰਦੇ ਹਾਂ ਤੇ ਇੱਕ ਰਿਸ਼ਤਾ ਉਹਦੇ ਵਿੱਚ ਬਣਿਆ ਹੁੰਦਾ ਆ ਵੀ ਹਸਬੈਂਡ ਵਾਈਫ ਦਾ ਬਣ ਜਾਂਦਾ ਹੈ ਹਨਾ। ਤੇ ਉਹ ਜਦੋਂ ਇੱਕ ਨਾਟਕ ਸੀਗਾ ਉਹਦੇ ਵਿੱਚ ਸੰਤਾਪ ਨਾਟਕ ਸੀਗਾ, ਉਹ ਭਾਜੀ ਗੁਰਸ਼ਰਨ ਜੀ ਦਾ ਲਿਖਿਆ, ਉੱਥੇ ਅਸੀਂ ਜਦੋਂ ਕੀਤਾ ਤੇ ਉਹਦੇ ਵਿੱਚ ਹਸਬੈਂਡ ਵਾਈਫ ਦਾ ਜਿਹਦਾ ਰੋਲ ਕਰ ਰਹੇ ਸੀਗੇ, ਤੇ ਪਰ ਅਸਲ ਵਿੱਚ ਅਸੀਂ ਉੱਥੇ ਭੈਣ ਭਰਾ ਹੁੰਨੇ ਆ ਸਾਰੇ ਜਾਣੇ ਹਨਾ। ਤੇ ਜਦੋਂ ਉਹਦੇ ਉੱਤੇ ਅਸੀਂ ਜਾ ਰਹੇ ਆ ਨਾਟਕ ਨੂੰ ਕਰਨ ਨੂੰ, ਜਦੋਂ ਉੱਪਰ ਚੱਲੇ ਆ ਮੰਚ ਦੇ ਉੱਤੇ ਚੱਲੇ ਆ, ਤੇ ਮੋਰੇ ਜਿਹੜੇ ਹਸਬੈਂਡ ਦਾ ਰੋਲ ਕਰ ਰਹੇ ਸੀਗੇ ਤੇ ਉਹ ਖੜੇ ਆ, ਉਹਨਾਂ ਨੂੰ ਕਹੀ ਜਾਂਦੇ ਭਾਜੀ ਚਲੋ, ਉਹਨਾਂ ਦਾ ਹਾਸਾ ਉੱਥੇ ਹੀ ਨਿਕਲ ਗਿਆ, ਕਿਉਂਕਿ ਅਸੀਂ ਅਸਲ ਮਾਇਨੇ ਦੇ ਵਿੱਚ ਤਾਂ ਉੱਥੇ ਸਾਰੇ ਜਿਹੜੇ ਭੈਣ ਭਰਾ ਆ। ਹੁਣ ਇੱਕ ਨਾਟਕ ਕੀਤਾ ਸੀਗਾ ਬੁੱਤ ਜਾਗ ਪਿਆ, ਉਹਦੇ ਵਿੱਚ ਅਸੀਂ ਭੈਣ ਭਰਾ ਦਾ ਰੋਲ ਕੀਤਾ ਸੀ, ਪਰ ਹਸਬੈਂਡ ਨੇ ਕੀਤਾ ਸੀਗਾ, ਉਹਦੇ ਵਿੱਚ ਭਗਤ ਸਿੰਘ ਉਹ ਬਣੇ ਸੀਗੇ ਹਨਾ। ਤੇ ਉੱਥੇ ਜਦੋਂ ਉਹ ਕਹਿੰਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਤੁਸੀਂ ਮੇਰੀ ਭਰਾ ਦਾ ਭਗਤ ਸਿੰਘ ਬਣਨਾ ਤੇ ਮੈਂ ਤੁਹਾਡੀ ਭੈਣ ਬਣਨੀ, ਕਹਿੰਦੇ ਮੈਂ ਨਹੀਂ ਕਰਨਾ। ਮੈਂ ਕਿਹਾ ਤੁਸੀਂ ਏਦਾਂ ਸਮਝੋ ਵੀ ਮੈਂ ਤੁਹਾਡੇ ਹਨਾ ਹਾਰ ਹੀ ਗੱਲ ਦੇ ਵਿੱਚ ਪਾਉਣ ਲੱਗੀ ਆ ਹਨਾ ਜੀ। ਤੇ ਫਿਰ ਉਹਨਾਂ ਨੇ ਕੀਤਾ, ਬਸ ਉਹਨਾਂ ਦਾ ਟਾਈਮ ਨਹੀਂ ਹੁੰਦਾ ਡਾਇਲੋਗ ਉੱਦਾਂ ਜਿਹੜਾ ਚੁੱਪ ਕੀਤਾ ਸਾਇਲੈਂਟ ਹੋਵੇ ਫਿਰ ਉਹ ਰੋਲ ਕਰ ਲੈਂਦੇ, ਨਹੀਂ ਤਾਂ ਸਾਰਾ ਪਰਿਵਾਰ ਅਸੀਂ ਇਸ ਕੰਮ ਦੇ ਨਾਲ ਥੀਏਟਰ ਦੇ ਨਾਲ ਫਿਲਮ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਜੀ। ਸਮੇਂ ਦੀ ਸੀਮਾ ਦੇ ਵਿੱਚ ਵੀ ਰਹਿਣਾ ਸਾਡਾ ਪਰਮ ਧਰਮ ਹੈ ਤੇ ਯਕੀਨਨ ਗੱਲਾਂ ਬਾਤਾਂ ਕਰਕੇ ਦਿਲ ਨਹੀਂ ਭਰ ਰਿਹਾ, ਪਰ ਜਾਂਦੇ ਜਾਂਦੇ ਮੈਂ ਚਾਹਾਂਗੀ ਇੱਕ ਖੂਬਸੂਰਤ ਕਵਿਤਾ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਜ਼ਰੂਰ, ਮੈਂ ਜਿਹੜੀ ਆਉਣ ਵਾਲੀ ਹੁਣ ਮੇਰੀ ਕੂੰਜਾਂ ਦੇ ਰੂਬਰੂ ਗਜ਼ਲ ਦੀ ਕਿਤਾਬ ਆ, ਤੇ ਉਹਦੇ ਵਿੱਚੋਂ ਇੱਕ ਗਜ਼ਲ ਜੋ ਮੇਰੇ ਹੁਣ ਸਾਹਮਣੇ ਹੀ ਜ਼ਿਆਦੀਆਂ ਪਤਾ ਨਹੀਂ ਅੱਜ ਮੇਰੇ ਸਾਹਮਣੇ ਔਰਤ ਦੇ ਉੱਤੇ ਹੀ ਜਿਹੜੀ ਕਵਿਤਾ ਦਾ ਗਜ਼ਲ ਮੇਰੇ ਸਾਹਮਣੇ, ਉਹੀ ਮੈਂ ਸੁਣਾ ਦਿੰਦੀ ਹਾਂ ਜੀ ਪਲੀਜ਼। ਰਸਤਾ ਬੜਾ ਹੀ ਕਠਨ ਹੈ ਕੂੰਜਾਂ ਦੇ ਰੂਬਰੂ, ਰਸਤਾ ਬੜਾ ਹੀ ਕਠਨ ਹੈ ਕੂੰਜਾਂ ਦੇ ਰੂਬਰੂ, ਹੋਣਾ ਪਵੇਗਾ ਕਿੰਨਿਆਂ ਦੇਸਾਂ ਦੇ ਰੂਬਰੂ, ਪਰ ਤੇ ਚਿਰਾਂ ਦੇ ਬਾਅਦ ਉਹ ਪਰਦੇਸ ਚੋਂ ਜਦੋਂ ਰੋਈ ਸੀ ਜ਼ਾਰ ਜ਼ਾਰ ਹੋ ਕੰਧਾਂ ਦੇ ਰੂਬਰੂ। ਜ਼ਖਮੀ ਪਰਾਂ ਦੇ ਨਾਲ ਜੋ ਪਹਿਲਾਂ ਹੀ ਉੱਡ ਰਹੀ, ਜ਼ਖਮੀ ਪਰਾਂ ਦੇ ਨਾਲ ਜੋ ਪਹਿਲਾਂ ਹੀ ਉੱਡ ਰਹੀ, ਹੁਣ ਫੇਰ ਕਟਾਰ ਹੈ ਉਹਦੇ ਖੰਭਾਂ ਦੇ ਰੂਬਰੂ, ਸੂਲਾਂ ਦੇ ਨਾਲ ਖਹਿ ਕੇ ਉਹ ਸੱਪਣੀ ਸੀ ਮਰ ਗਈ, ਹੋਈ ਨਾ ਫੇਰ ਸੱਪਾਂ ਦੇ, ਸੂਲਾਂ ਦੇ ਨਾਲ ਖਹਿ ਕੇ ਉਹ ਸੱਪਣੀ ਸੀ ਮਰ ਗਈ, ਹੋਈ ਨਾ ਫੇਰ ਬੇਵਫਾ ਸੱਪਾਂ ਦੇ ਰੂਬਰੂ, ਰੁੱਖਾਂ ਬਨੇਰਿਆਂ ਦੇ ਜ਼ਮਾਨੇ ਚਲੇ ਗਏ, ਤਾਰਾਂ ਤੇ ਖੰਭੇ ਰਹਿ ਗਏ ਕਾਮਾਂ ਦੇ ਰੂਬਰੂ, ਵਸਦੇ ਘਰਾਂ ਨੂੰ ਦੇਖ ਕੇ ਖਾਨਾ ਬਦੋਸ਼ਿਓ, ਆ ਭਰ ਕੇ ਫਿਰ ਹੋ ਗਈ ਰਾਹਾਂ ਦੇ ਰੂਬਰੂ, ਰਸਤਾ ਬੜਾ ਹੀ ਕਠਨ ਹੈ ਕੂੰਜਾਂ ਦੇ ਰੂਬਰੂ, ਹੋਣਾ ਪਵੇਗਾ ਕਿੰਨਿਆਂ ਦੇਸਾਂ ਦੇ ਰੂਬਰੂ। ਬਹੁਤ ਖੂਬਸੂਰਤ। ਸੁਖਵਿੰਦਰ ਅੰਮ੍ਰਿਤ ਨੇ ਵੀ ਬੜਾ ਖੂਬਸੂਰਤ ਲਿਖਿਆ ਹੈ ਕਿ ਇਉਂ ਨਾ ਅੱਖੀਆਂ ਫੇਰ ਇਉਂ ਨਾ ਨਾਕਾਰ ਮੈਨੂੰ, ਕਵਿਤਾ ਹਾਂ ਜ਼ਰਾ ਮੁਸ਼ਕਿਲ ਪੜ੍ਹ ਕੇ ਵਿਚਾਰ ਮੈਨੂੰ, ਕੋਈ ਹੋਰ ਪੜ੍ਹ ਨਾ ਸਕਦਾ ਤਸਲੀਮ ਕਰ ਨਾ ਸਕਦਾ, ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ, ਬਿੰਦੀ ਕੋਈ ਲਗਾ ਦੇ ਜਾਂ ਡੰਡੀਆਂ ਵੀ ਪਾ ਦੇ, ਜਿੱਦਾਂ ਨਿਖਾਰ ਸਕਦਾ ਹੈ ਉੱਦਾਂ ਨਖਾਰ ਮੈਨੂੰ, ਜੇ ਕਹਿ ਦਵੇਂ ਤੂੰ ਮੈਨੂੰ ਕਰਦਾ ਹਾਂ ਪਿਆਰ ਤੈਨੂੰ, ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ, ਤੈਥੋਂ ਜੇ ਮੁੱਖ ਮੋੜਾਂ ਕੀਤਾ ਜੇ ਵਾਅਦਾ ਤੋੜਾਂ, ਤੂੰ ਹਰਫ ਹਰਫ ਕਰਕੇ ਦੇਵੀਂ ਖਿਲਾਰ ਮੈਨੂੰ। ਸੋ ਜਿਹੜੀ ਔਰਤ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਮੁਕੰਮਲ ਕਵਿਤਾ ਹੈ। ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਨਾਲ ਗਜ਼ਲਾਂ ਕਵਿਤਾਵਾਂ ਦਾ ਆਲਮ ਬਣਿਆ ਰਿਹਾ ਤੇ ਬਹੁਤ ਖੂਬਸੂਰਤ ਅੱਜ ਦੀ ਇਹ ਗੱਲਬਾਤ ਰਹੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਸਾਂਝ ਕਾਇਮ ਕੀਤੀ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਏਗੀ। ਅਗਲੀ ਮਰਤਬਾ ਫਿਰ ਤੋਂ ਕਿਸੇ ਹੋਰ ਕਿਸ ਦੇ ਨਾਲ ਦੇਵਾਂਗੇ ਤੁਹਾਡੀਆਂ ਬਰੂਹਾਂ ਤੇ ਦਸਤਕ। ਤਦ ਤੱਕ ਲਈ ਮੈਨੂੰ ਗੁਰਨੀਤ ਨੂੰ ਦਿਓ ਆ ਗਿਆ। ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖਦੇ ਰਹੋ ਦਾ ਅਨਮਿਊਟ।